ਏਕ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖਵਾਕ ਮਾਰੂ ਮਹੱਲਾ ਪਹਿਲਾ। ਘਰ ਪਹਿਲਾ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰੱਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਵਿਰਾਗ ਦੀ ਕਥਾ ਆਪ ਜੀਆਂ ਨੇ ਸਰਵਣ ਕਰ ਪੈਦਾ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ 20 ਵਾਰ ਗੰਗਾ ਦੀ ਯਾਤਰਾ ਕਰਕੇ ਵਾਪਸ ਆ ਰਹੇ ਸਨ, ਰਾਸਤੇ ਦੇ ਵਿੱਚ ਇੱਕ ਬ੍ਰਹਮਚਾਰੀ ਮਹਾਂਪੁਰਖ ਦਾ ਮਹਾਰਾਜ ਜੀ ਨੂੰ ਸੰਗ ਪ੍ਰਾਪਤ ਹੋਇਆ। ਉਹ ਮਨ ਮੇਲੀ ਬਣ ਗਿਆ। ਸਤਿਗੁਰੂ ਮਹਾਰਾਜ ਉਹਨੂੰ ਲੈ ਕਰਕੇ ਆਪਣੇ ਘਰ ਵਿੱਚ ਆਏ। ਉਹਦੀ ਟਹਿਲ ਕਰਨੀ ਕੀਤੀ ਹੈ, ਪ੍ਰਸ਼ਾਦਾ ਪਾਣੀ ਛਕਾਇਆ
ਤੇ ਰੱਬ ਦੀਆਂ ਗੱਲਾਂ ਕੀਤੀਆਂ। ਤੇ ਜਦੋਂ ਰਾਤਰੀ ਦਾ ਸਮਾਂ ਆਇਆ, ਭੱਲੇ ਸਤਿਗੁਰੂ ਮਹਾਰਾਜ ਵਿਸ਼ਰਾਮ ਕਰ ਰਹੇ ਸਨ ਤੇ ਨਾਲ ਉਹ ਬ੍ਰਹਮਚਾਰੀ ਮਹਾਂਪੁਰਖ ਵੀ ਮਹਾਰਾਜ ਜੀ ਦੇ ਨਾਲ ਉਹ ਲੰਬੇ ਪਏ ਸਨ। ਤੇ ਫਿਰ ਗੱਲਾਂ ਬਾਤਾਂ ਕਰਦਿਆਂ ਕਿਸੇ ਕਾਰਨ ਕਰਕੇ ਉਸ ਮਹਾਂਪੁਰਖ ਨੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਿਆ ਕਿ ਭੱਲੇ ਜੀਓ, ਆਪ ਜੀ ਦੇ ਗੁਰੂ ਕੌਣ ਹਨ? ਆਪ ਜੀਆਂ ਨੇ ਕਿਹਨੂੰ ਗੁਰੂ ਧਾਰਨ ਕਰਨਾ ਕੀਤਾ? ਕਿਹਦੇ ਆਪ ਜੀ ਸ਼ਿਸ਼ਯ ਹੋ? ਕਿਹਦਾ ਗੁਰਮੰਤਰ ਆਪ ਜੀ ਨੇ ਧਾਰਨ ਕੀਤਾ ਹੈ? ਸਾਨੂੰ ਦੱਸੋ ਤਾਂ ਸਹੀ, ਸਾਨੂੰ ਵੀ ਪਤਾ ਲੱਗੇ ਕਿ ਤੁਹਾਡਾ ਗੁਰੂ ਕੌਣ ਹੈ। ਉਸ ਵੇਲੇ ਬਜ਼ੁਰਗ ਬਾਬਾ ਜੀ ਨੇ ਬਚਨ ਕਰਨਾ ਕੀਤਾ ਕਿ ਭਲਿਆ ਮਹਾਂਪੁਰਖਾ, ਹਾਲੇ ਤੱਕ ਮੈਨੇ ਗੁਰੂ ਨਹੀਂ ਧਾਰਨ ਕਰਨਾ ਕੀਤਾ। ਮੈਂ ਨਿਗੁਰਾ ਹਾਂ, ਗੁਰੂ ਦੀ ਭਾਲਤਾ ਕੀਤੀ ਹੈ, ਲੇਕਿਨ ਕੋਈ ਵੀ ਮੇਰਾ ਪੂਰਾ ਗੁਰੂ ਜਿਹੜਾ ਹੈ ਮੈਨੂੰ ਨਹੀਂ ਪ੍ਰਾਪਤ ਹੋਇਆ ਹੈ। ਹਾਲੇ ਮੈਂ ਲੱਭ ਰਿਹਾ ਪੂਰੇ ਗੁਰੂ ਨੂੰ। ਬਸ ਪਿਆਰਿਓ, ਇਨ੍ਹਾਂ ਸਤਿਗੁਰਾਂ ਨੇ ਬਚਨ ਕੀਤਾ। ਉਹ ਬ੍ਰਹਮਚਾਰੀ ਸਾਧ ਜਿਹੜਾ ਹੈ ਸੁੱਤਾ ਪਿਆ ਹੋਇਆ ਸੀ, ਇੱਕਦਮ ਉਹਨੇ ਉੱਠ ਕੇ ਖੜਨਾ ਕੀਤਾ, ਕਿਹਾ ਕਿ ਰਾਮ 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 ਰਾਮ, ਮੇਰਾ ਤਾਂ ਸਭ ਭ੍ਰਿਸ਼ਟ ਹੋ ਗਿਆ। ਹਾਲੇ ਤੱਕ ਜਿਨ੍ਹਾਂ ਮੈਨੇ ਜੋ ਕਮਾਈ ਕਰਨੀ ਕੀਤੀ, ਜਪ ਤਪ ਕਰਨਾ ਕੀਤਾ, ਸਿਮਰਨ ਕਰਨਾ ਕੀਤਾ, ਅੱਜ ਨਿਗੁਰੇ ਦਾ ਮੈਨੂੰ ਸੰਗ ਪ੍ਰਾਪਤ ਹੋਇਆ ਹੈ। ਨਿਗੁਰੇ ਦੇ ਹੱਥੋਂ ਮੈਨੂੰ ਪ੍ਰਸ਼ਾਦਾ ਪ੍ਰਾਪਤ ਹੋਇਆ, ਇਸ ਕਰਕੇ ਮੇਰਾ ਤਪ ਤੇਜ ਸਭ ਖਤਮ ਹੋ ਗਿਆ। ਤੇ ਬਚਨ ਕੀਤਾ, ਤੁਸੀਂ ਨਿਗਰੇ ਹੋ। ਨਿਗੁਰੇ ਕਾ ਹੈ ਨਾਉ ਬੁਰਾ। ਜਿਹੜਾ ਨਿਗੁਰਾ ਹੁੰਦਾ ਉਹਦਾ ਨਾਮ ਵੀ ਬੜਾ ਬੁਰਾ ਹੁੰਦਾ, ਉਹਦਾ ਨਾਮ ਵੀ ਨਹੀਂ ਲੈਣਾ ਚਾਹੀਦਾ। ਉਸੇ ਵੇਲੇ ਪਿਆਰਿਓ ਅੱਧੀ ਰਾਤ ਨੂੰ ਉਹਨੇ ਉੱਠ ਕਰਕੇ ਮਹਾਰਾਜ ਜੀ ਦਾ ਸਾਥ ਛੱਡ ਦਿੱਤਾ ਤੇ ਉਹ ਅੱਗੇ ਨਿਕਲ ਗਿਆ। ਲੇਕਿਨ ਉਹਨੇ ਜੋ ਬਚਨ ਕਰਨੇ ਕੀਤੇ, ਉਹ ਬਚਨ ਤੀਰ ਦੇ ਵਾਂਗੂ ਮਹਾਰਾਜ ਜੀ ਦੇ ਹਿਰਦੇ ਵਿੱਚ ਵਿੰਨ ਗਏ। ਮਹਾਰਾਜ ਜੀ ਬਾਰ-ਬਾਰ ਉਹੀ ਵਿਚਾਰ ਕਰਦੇ ਹਨ ਕਿ ਭਾਈ ਮੈਂ ਨਿਗੁਰਾ ਹਾਂ। ਗੱਲ ਉਹਨਾਂ ਮਹਾਂਪੁਰਖਾਂ ਦੀ ਗਲਤ ਨਹੀਂ ਹੈ, ਉਹਨਾਂ ਮਹਾਂਪੁਰਖਾਂ ਨੇ ਤਾਂ ਸੱਚਾ ਬਚਨ ਕਰਨਾ ਕੀਤਾ, ਲੇਕਿਨ ਗਲਤੀ ਮੇਰੀ ਹੈ। ਮੈਂ ਇੰਨਾ ਜਪ ਤਪ ਕਰਦਾ ਹਾਂ, ਇੰਨੀ ਵਾਰੀ ਮੈਨੇ ਯਾਤਰਾ ਕਰਨੀ ਕੀਤੀ, ਇੰਨਾ ਸੇਵਾ ਸਿਮਰਨ ਕਰਨਾ ਕੀਤਾ, ਲੇਕਿਨ ਮੈਨੇ ਗੁਰੂ ਨਹੀਂ ਧਾਰਨ ਕੀਤਾ ਹੈ। ਤੇ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ। ਕੂਕ ਰਹਿ ਸੂਕ ਰਹਿ ਗਰਦ ਬਹਿ ਕਾਕੈ ਸਰਪ ਨੈ ਤੁਲ ਖਲੈ। ਇਹ ਮੇਰੀ ਅਵਸਥਾ ਹੈ ਕਿ ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ, ਖਾਲੀ ਹੈ। ਉਹ ਤਾਂ ਮਹਾਰਾਜ ਜੀ ਨੇ ਬਚਨ ਕੀਤਾ, ਕੁੱਤੇ ਵਾਂਗੂ, ਸੂਰ ਵਾਂਗੂ ਤੇ ਉਹ ਮੂਰਖ ਵਾਂਗੂ, ਖਲ ਦੇ ਵਾਂਗੂ ਉਹ ਹਨ। ਤੇ ਇਸ ਤਰ੍ਹਾਂ ਆਪਣੇ ਆਪ ਨੂੰ ਬਾਰ-ਬਾਰ ਲਤਾੜਦੇ ਹਨ, ਤਾੜਨਾ ਦਿੰਦੇ ਹਨ, ਬੜਾ ਪਛਤਾਪ ਕਰਦੇ। ਬੜਾ ਪਿਆਰਿਓ ਮਨ ਵਿੱਚ ਵਿਰਾਗ ਚੜ ਕਰਕੇ ਆਇਆ ਤੇ ਹੁਣ ਬਾਰ-ਬਾਰ ਅਰਦਾਸਾਂ ਕਰਦੇ, ਬੇਨਤੀਆਂ ਕਰਦੇ ਤੇ ਕਹਿੰਦੇ ਕਿ ਭਾਈ ਐ ਰੱਬ ਜੀਓ, ਵਾਹਿਗੁਰੂ ਜੀਓ, ਹਾਲੇ ਤੱਕ ਮੈਨੇ ਜੋ ਸੇਵਾ ਕਰਨੀ ਕੀਤੀ, ਜੋ ਸਿਮਰਨ ਕਰਨਾ ਕੀਤਾ, ਮੈਨੇ ਕੋਈ ਫਲ ਦੀ ਵਾਂਛਨਾ ਨਹੀਂ ਕੀਤੀ ਹੈ, ਕੁਛ ਵੀ ਮੈਨੇ ਨਹੀਂ ਮੰਗਣਾ ਕੀਤਾ, ਲੇਕਿਨ ਅੱਜ ਮੈਂ ਝੋਲੀ ਅੱਡ ਕਰਕੇ ਤੁਹਾਨੂੰ ਮੰਗਦਾ ਹਾਂ। ਜੇ ਤੁਸੀਂ ਤਰੁੱਠੇ ਹੋ ਤੇ ਪੂਰੇ ਗੁਰੂ ਦੀ ਦਾਤ ਮੇਰੇ ਝੋਲੀ ਵਿੱਚ ਪਾ ਦਿਓ, ਮੈਨੂੰ ਪੂਰਾ ਗੁਰੂ ਪ੍ਰਾਪਤ ਹੋ ਜਾਏ। ਤੇ ਪੂਰੇ ਗੁਰੂ ਦੀ ਪ੍ਰਾਪਤੀ ਤੋਂ ਪਹਿਲਾਂ, ਗੁਰੂ ਘਰ ਦੇ ਵਿੱਚ ਆਉਣ ਤੋਂ ਪਹਿਲਾਂ, ਇਹ ਗੰਗਾ ਦੇ ਬਹੁਤ ਵੱਡੇ ਉਪਾਸ਼ਕ ਸਨ ਤੇ ਬਾਰ-ਬਾਰ ਗੰਗਾ ਦੀ ਉਪਾਸਨਾ ਕਰਦੇ, ਉਹਦਾ ਜਸ ਕਰਦੇ। ਕਹਿੰਦੇ ਕਿ ਗੰਗੇ, ਮੈਂ ਕਿੰਨਾ ਤੇਰਾ ਸਿਮਰਨ ਕਰਨਾ ਕੀਤਾ, ਤੇਰੀ ਸੇਵਾ ਕਰਨੀ ਕੀਤੀ ਹੈ, ਕਦੇ ਤੇਰੇ ਤੋਂ ਕੁਛ ਵੀ ਨਹੀਂ ਮੰਗਣਾ ਕੀਤਾ। ਅੱਜ ਮੈਂ ਝੋਲੀ ਅੱਡ ਕਰਕੇ ਮੰਗਦਾ ਹਾਂ, ਜੇ ਕੁਛ ਦੇਣਾ ਹੀ ਹੈ ਪੂਰੇ ਗੁਰੂ ਦੀ ਪ੍ਰਾਪਤੀ ਦਾ ਵਰ ਦੇਣਾ ਕਰ, ਮੈਨੂੰ ਪੂਰਾ ਗੁਰੂ ਮਿਲ ਜਾਵੇ। ਫਿਰ ਕੋਈ ਨਾ ਕੋਈ ਵਿਧ ਬਣਾਓ, ਕੋਈ ਨਾ ਕੋਈ ਕਾਰਨ ਬਣਾਓ, ਜਿਸ ਕਰਕੇ ਮੇਰਾ ਆਪ ਜੀ ਦੇ ਨਾਲ ਮੇਲ ਹੋ ਜਾਵੇ, ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ। ਇਹ ਬਾਰ-ਬਾਰ ਅਰਦਾਸਾਂ ਕਰਦੇ ਹਨ। ਵਿਰਾਗ ਦੀ ਅਵਸਥਾ ਚੜੀ ਹੋਈ ਹੈ। ਪ੍ਰਸ਼ਾਦਾ ਪਾਣੀ ਛਕਣਾ ਬੰਦ ਕਰ ਦਿੱਤਾ। ਸਾਰੀ ਰਾਤ ਹੌਂਕੇ ਲੈਂਦੇ ਹਨ, ਅੱਖਾਂ ਦੇ ਵਿੱਚੋਂ ਅਥਰੂ ਵਹੀ ਜਾਂਦੇ। ਕਈ ਦਿਨ ਪਿਆਰਿਓ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਕਿ ਭਾਈ ਬਿਰਹਾ ਦੀ ਅੱਗ, ਵਿਛੋੜੇ ਦੀ ਅੱਗ ਜਿਹੜੀ ਹੈ ਮਹਾਰਾਜ ਜੀ ਦੇ ਮਨ ਦੇ ਵਿੱਚ ਲੱਗ ਗਈ ਹੈ। ਬਿਰਹੋ ਪੁਯੰਗਾ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬਉਰਾ ਹੋਏ। ਜਿਹੜੇ ਰਾਮ ਤੋਂ, ਪਰਮਾਤਮਾ ਤੋਂ, ਗੁਰੂ ਤੋਂ ਵਿਛੜੇ ਹੋਏ ਪਿਆਰੇ ਹਨ,
ਉਹ ਰਹਿ ਨਹੀਂ ਸਕਦੇ। ਜੇ ਰਹਿ ਗਏ ਤੇ ਉਹ ਬਵਰੇ ਮਸਤਾਨੇ ਹੋ ਜਾਂਦੇ ਹਨ। ਬਹੁਤ ਪਿਆਰਿਓ, ਕਈ ਦਿਨ ਇਸ ਤਰ੍ਹਾਂ ਬਿਰਹਾ ਦੀ ਅੱਗ ਦੇ ਵਿੱਚ ਬਤੀਤ ਹੋਏ। ਰਾਤ ਨੂੰ ਪਿਆਰਿਓ ਨੀਂਦ ਨਹੀਂ ਆਉਂਦੀ ਹੈ, ਚੈਨ ਨਹੀਂ ਆਉਂਦਾ ਹੈ, ਤੇ ਸਾਰੀ ਰਾਤ ਕਰਵਟਾਂ ਬਦਲ ਬਦਲ ਕਰਕੇ ਇਹ ਰਾਤ ਨੂੰ ਬਤੀਤ ਕਰਦੇ ਹਨ। ਜਦੋਂ ਚਿੱਤ ਕਰਦਾ ਅੱਧੀ ਰਾਤ ਨੂੰ ਉੱਠ ਕੇ ਖੜਦੇ, ਬਾਬਾ ਅਮਰਦਾਸ ਜੀ ਅਰਦਾਸਾਂ ਬੇਨਤੀਆਂ ਕਰਦੇ। ਇੱਕ ਦਿਨ ਪਿਆਰਿਓ ਮਨ ਦੇ ਵਿੱਚ ਬੜੀ ਚਿੰਤਾ ਲੱਗੀ ਹੋਈ ਹੈ। ਇਹੀ ਮਨ ਵਿੱਚ ਸੋਚਦੇ ਹਨ ਕਿ ਜੇ ਮੈਨੂੰ ਪੂਰਾ ਗੁਰੂ ਨਹੀਂ ਪ੍ਰਾਪਤ ਹੋਇਆ ਤੇ ਫਿਰ ਇਹ ਮੈਨੇ ਆਪਣੇ ਤਨ ਦਾ ਤਿਆਗ ਕਰ ਦੇਣਾ, ਮੈਨੇ ਮਰ ਜਾਣਾ ਹੈ, ਖਤਮ ਹੋ ਜਾਣਾ। ਜਦੋਂ ਬਾਬਾ ਅਮਰਦਾਸ ਜੀ ਮਹਾਰਾਜ ਇਹ ਵਿਚਾਰਾਂ ਕਰ ਰਹੇ ਸਨ, ਉਸੇ ਵੇਲੇ ਪਿਆਰਿਓ ਅੱਧੀ ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ, ਬਹੁਤ ਮਿੱਠੀ ਪਿਆਰੀ ਧੁਨੀ ਜਿਹੜੀ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਪਈ ਹੈ। ਉਹਨਾਂ ਨੇ ਫਿਰ ਆਪਣੇ ਚਿੱਤ ਨੂੰ ਹੌਸਲਾ ਦਿੱਤਾ, ਸ਼ਾਂਤ ਹੋ ਕਰਕੇ ਉਹ ਬਾਣੀ ਨੂੰ ਸਰਵਣ ਕਰਦੇ, ਕੰਨ ਲਾ ਕਰਕੇ ਸੁਣਨਾ ਕੀਤਾ ਤੇ ਆਵਾਜ਼ ਕਿੱਥੋਂ ਆ ਰਹੀ ਹੈ। ਆਪ ਪਿਆਰਿਓ ਦੱਬੇ ਪੈਰ ਉੱਠ ਕਰਕੇ ਆਏ, ਉੱਠ ਕੇ ਮੇਰੀ ਭਤੀਜ ਨੂੰ ਜਿਹੜੀ ਹੈ ਬੀਬੀ ਅਮਰੋ ਜੀ ਇਹ ਸ਼ਬਦ ਦਾ ਗਾਇਨ ਕਰ ਰਹੇ ਹਨ। ਤੇ ਮਨ ਦੇ ਵਿੱਚ ਬਾਬਾ ਅਮਰਦਾਸ ਜੀ ਦੇ ਆ ਜਾਵਾਂਗਾ, ਸਾਹਮਣੇ ਆ ਜਾਵਾਂਗਾ, ਜੇ ਖੜਾਕਾ ਹੋ ਜਾਵੇਗਾ ਤੇ ਫਿਰ ਮੇਰੀ ਨੂੰਹ ਨੇ ਸ਼ਬਦ ਕੀਰਤਨ ਕਰਨਾ ਬੰਦ ਕਰ ਦੇਣਾ ਹੈ, ਉਹਨੇ ਸੰਕੋਚ ਜਾਣਾ ਹੈ ਤੇ ਇਹ ਰਸ ਨਹੀਂ ਬਣਨਾ। ਚੁੱਪਚਾਪ ਉਸ ਤਰ੍ਹਾਂ ਹੀ ਪਿਆਰਿਓ ਕਿਸੇ ਓਲਾ ਆਸਰਾ ਲੈ ਕਰਕੇ ਉਹਦੇ ਮਗਰ ਬੈਠ ਕਰਕੇ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਜਿਹੜਾ ਸਰਵਣ ਕਰਨਾ ਕੀਤਾ। ਕਈ ਘੰਟੇ, ਤਕਰੀਬਨ 1-1.5 ਘੰਟਾ ਜਦੋਂ ਬਤੀਤ ਹੋਇਆ ਤੇ ਫਿਰ ਹੌਲੀ ਜੀ ਜਦੋਂ ਅੱਗੇ ਆਏ ਤੇ ਜਦੋਂ ਦਿਨ ਚੜਿਆ, ਬੀਬੀ ਅਮਰੋ ਜੀ ਨੇ ਜਦੋਂ ਤੱਕਿਆ, ਵੇਖਿਆ ਕਿ ਬਾਬਾ ਜੀ ਆਏ, ਸਹੁਰਾ ਸਾਹਿਬ ਆਏ, ਉਸੇ ਵੇਲੇ ਤੁਰੰਤ ਉੱਠ ਕਰਕੇ ਬਾਬਾ ਜੀ ਨੂੰ ਪੁੱਛਣਾ ਕੀਤਾ ਕਿ ਬਾਬਾ ਜੀ ਕੀ ਗੱਲ ਹੈ, ਆਪ ਜੀ ਛੇਤੀ ਉੱਠ ਗਏ ਹੋ, ਕੋਈ ਦਿੱਕਤ ਤਾਂ ਨਹੀਂ ਹੈ। ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਮਹਾਰਾਜ ਆਪਣੀ ਨੂੰਹ ਜਿਹੜੀ ਹੈ ਤੇ ਨੂੰਹ ਦੇ ਸਾਹਮਣੇ ਹੱਥ ਜੋੜ ਕਰਕੇ ਬੇਨਤੀ ਕਰਦੇ ਕਿ ਬੇਟਾ ਮੈਨੂੰ ਕੁਛ ਨਹੀਂ ਚਾਹੀਦਾ, ਜੋ ਸ਼ਬਦ ਦਾ ਤੂੰ ਗਾਇਨ ਕਰ ਰਹੀ ਸੀ ਨਾ, ਇਹ ਸ਼ਬਦ ਦਾ ਫਿਰ ਇੱਕ ਵਾਰੀ ਤੂੰ ਗਾਇਨ ਕਰਨਾ ਕਰ, ਮੈਨੂੰ ਬੜਾ ਆਨੰਦ ਆਇਆ, ਚਿੱਤ ਮੇਰਾ ਅਸ਼ਾਂਤ ਸੀ, ਸ਼ਬਦ ਨੂੰ ਸੁਣ ਕਰਕੇ ਮਨ ਠਰਮੇ ਦੇ ਵਿੱਚ ਆ ਗਿਆ, ਸ਼ਾਂਤੀ ਦੇ ਵਿੱਚ ਆ ਗਿਆ। ਬਸ ਮੈਂ ਇੱਕੋ ਹੀ ਬੇਨਤੀ ਕਰਦਾ, ਅਰਜ਼ੋਈ ਕਰਦਾ, ਉਹ ਸ਼ਬਦ ਦਾ ਗਾਇਨ ਕਰਨਾ ਕਰ। ਫਿਰ ਬੀਬੀ ਅਮਰੋ ਜੀ ਨੇ ਸ਼ਬਦ ਦਾ ਗਾਇਨ ਕੀਤਾ। ਫਿਰ ਪਿਆਰਿਓ ਰਾਜ ਨਹੀਂ ਆਇਆ, ਤ੍ਰਿਪਤੀ ਨਹੀਂ ਆਈ ਹੈ। ਫਿਰ ਪੁੱਛਦੇ ਹਨ, ਕਹਿੰਦੇ ਹਨ ਕਿ ਬੇਟਾ ਫਿਰ ਤੋਂ ਸ਼ਬਦ ਦਾ ਗਾਇਨ ਕਰਨਾ ਕਰ। ਜਦੋਂ ਉਹਨਾਂ ਨੇ 2-3 ਵਾਰੀ ਸ਼ਬਦ ਦਾ ਗਾਇਨ ਕਰਨਾ ਕੀਤਾ, ਫਿਰ ਬਾਬਾ ਅਮਰਦਾਸ ਜੀ ਨੇ ਪੁੱਛਿਆ ਕਿ ਬੇਟਾ ਇਹ ਦੱਸ, ਇਹ ਸ਼ਬਦ ਕਿਹਨਾਂ ਦਾ ਸ਼ਬਦ ਹੈ, ਕਿਹਦਾ ਸ਼ਬਦ ਤੂੰ ਗਾ ਰਹੀ ਹੈ। ਤੇ ਉਹ ਸ਼ਬਦ ਜਿਹੜੇ ਹਨ ਤੇ ਕਵੀ ਰਾਜ ਜੀ ਨੇ ਪਿਆਰਿਓ ਫਿਰ ਵਰਣਨ ਕਰਨਾ ਕੀਤਾ ਕਿ ਕਿਹੜਾ ਸ਼ਬਦ ਬੀਬੀ ਅਮਰੋ ਜੀ ਨੇ ਉਸ ਸਮੇਂ ਦੇ ਵਿੱਚ ਗਾਇਨ ਕਰਨਾ ਕੀਤਾ। ਜੇ ਪਿਆਰਿਓ ਆਪਾਂ ਵੇਖਦੇ ਆ, ਗੁਰੂ ਦਾ ਮਿਲਾਪ ਜਿਹੜਾ ਹੈ ਸ਼ਬਦ ਕਰਕੇ ਹੀ ਪੂਰਾ ਗੁਰੂ ਪ੍ਰਾਪਤ ਹੁੰਦਾ। ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਦੂਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਪਾਵਨ ਬਾਣੀ ਕਰਕੇ, ਸ਼ਬਦ ਕਰਕੇ ਉਹ ਗੁਰੂ ਘਰ ਦੇ ਨਾਲ, ਪੂਰੇ ਗੁਰੂ ਦੇ ਨਾਲ, ਉਹਨਾਂ ਦੀ ਵੀ ਪਿਆਰਿਓ ਜਦੋਂ ਆਪਾਂ ਮੁੱਢਲੀ ਕਥਾ ਪੜ੍ਹਦੇ ਆ ਤੇ ਸ਼ਬਦ ਕਰਕੇ, ਪਹਿਲੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ, ਸਤਿਗੁਰਾਂ ਦਾ ਕੋਈ ਅਤਾ ਪਤਾ ਉਹਨਾਂ ਨੂੰ ਨਹੀਂ ਪ੍ਰਾਪਤ ਸੀ, ਲੇਕਿਨ ਉਹਨਾਂ ਨੇ ਸ਼ਬਦ ਸਰਵਣ ਕਰਨਾ ਕੀਤਾ। ਸ਼ਬਦ ਕਰਕੇ ਮਨ ਦੇ ਵਿੱਚ ਇੰਨੀ ਤਾਂਗ ਪੈਦਾ ਹੋਈ ਹੈ, ਇੰਨੀ ਬਹਿਬਲਤਾ ਪੈਦਾ ਹੋਈ। ਆਪ ਚੱਲ ਕਰਕੇ ਬਾਬਾ ਲਹਿਣਾ ਜੀ ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਤੇ ਉਹ ਵਪਾਰ ਕਰਦੇ ਸਨ, ਖਡੂਰ ਸਾਹਿਬ ਦੇ ਵਿੱਚ ਹੱਟੀ ਦਾ ਕੰਮ ਕਰਿਆ ਕਰਦੇ। ਤੇ ਉਸ ਨਗਰ ਦੇ ਵਿੱਚ, ਖਡੂਰ ਦੇ ਵਿੱਚ ਇੱਕ ਗੁਰਮੁਖ ਪਿਆਰਾ ਜਿਹੜਾ ਹੈ, ਜਿਹਦਾ ਨਾਮ ਭਾਈ ਜੋਧ ਕਰਕੇ ਆਉਂਦਾ, ਜੋ ਮਹਾਰਾਜ ਜੀ ਦੇ ਮੁਖੀ ਸਿੱਖਾਂ ਦੇ ਵਿੱਚੋਂ ਹੋਇਆ, ਗੁਰੂ ਨਾਨਕ ਸਾਹਿਬ ਜੀਆਂ ਦੇ, ਉਹ ਸਦਾ ਗੁਰਬਾਣੀ ਦਾ ਸ਼ਬਦ ਗਾਇਨ ਕਰਦਾ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸਦਾ ਉਹ ਗੁਰਬਾਣੀ ਦਾ ਸ਼ਬਦ ਪੜਿਆ ਕਰਦਾ ਸੀ। ਇੱਕ ਦਿਨ ਬਾਬਾ ਲਹਿਣਾ ਜੀ ਦੀ ਦੁਕਾਨ ਦੇ ਲਾਗੇ ਆ ਕਰਕੇ ਉਹਨੇ ਸ਼ਬਦ ਦਾ ਗਾਇਨ ਕਰਨਾ ਕੀਤਾ। ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਨਾ, ਸਾ ਕਹਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ,
ਤੇ ਵੇਹਾ ਪਾਸਾ ਢਾਲੀਐ ਕਿਛ ਲਾਹੈ ਉੱਪਰ ਘਾਲੀਐ। ਇਹ ਸ਼ਬਦ ਜਦੋਂ ਉਹਨਾਂ ਨੇ ਪੜ੍ਹਨਾ ਕੀਤਾ, ਸੁਣ ਕਰਕੇ ਬਾਬਾ ਲਹਿਣਾ ਜੀ ਬੜੇ ਪ੍ਰਸੰਨ ਹੋਏ। ਮਨ ਜਿਹੜਾ ਹੈ ਸ਼ਬਦ ਦੇ ਨਾਲ ਜੁੜ ਗਿਆ। ਭਾਈ ਜੋਧ ਕੋਲ ਗਏ, ਹੱਥ ਜੋੜ ਕਰਕੇ ਬੇਨਤੀ ਕਰਦੇ, ਭਾਈ ਜੋਧ ਇਹ ਕਲਾਮ ਤੂੰ ਪੜ੍ਹ ਰਿਹਾ ਨਾ, ਫਿਰ ਤੋਂ ਇਹ ਕਲਾਮ ਤੂੰ ਗਾਇਨ ਕਰਨਾ ਕਰ, ਫਿਰ ਤੋਂ ਇਹਨੂੰ ਪੜ੍ਹਨਾ ਕਰ। ਬਾਰ-ਬਾਰ ਰਿਪੀਟ ਕਰਾਉਣਾ ਕੀਤਾ। ਬਾਰ-ਬਾਰ ਭਾਈ ਜੋਧ ਨੇ ਇਹ ਸ਼ਬਦ, ਇਹ ਪੌੜੀ ਜੋ ਹੈ ਆਸਾ ਦੀ ਵਾਰ ਦੀ, ਉਹਨਾਂ ਨੇ ਪੜ੍ਹ ਕਰਕੇ ਜਦੋਂ ਸੁਣਾਈ, ਫਿਰ ਕਹਿੰਦੇ ਕਿ ਭਾਈ ਇਹ ਰੱਬੀ ਕਲਾਮ ਤੂੰ ਕਿਹਦਾ ਗਾ ਰਿਹਾ ਹੈ, ਇਹਦੇ ਰਚੈਤਾ ਕੌਣ ਹਨ? ਤੇ ਭਾਈ ਜੋਧ ਨੇ ਕਿਹਾ ਕਿ ਭਾਈ ਇੱਥੋਂ ਲਾਗੇ ਹੀ ਕਰਤਾਰਪੁਰ ਸਾਹਿਬ ਹੈ। ਕਰਤਾਰਪੁਰ ਸਾਹਿਬ ਦੇ ਵਿੱਚ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋਤ ਜਗਾ ਰਹੇ ਪੂਰੇ ਸਤਿਗੁਰੂ ਜੀ ਹਨ। ਇਹ ਉਹਨਾਂ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ। ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ, ਮੈਂ ਸਦਾ ਉਹਨਾਂ ਦੀ ਇਹ ਧੁਰ ਕੀ ਬਾਣੀ ਦਾ ਗਾਇਨ ਕਰਨਾ ਕੀਤਾ ਹੈ। ਤੇ ਬਾਬਾ ਲਹਿਣਾ ਜੀ ਫਿਰ ਭਾਈ ਜੋਧ ਤੋਂ ਉਹ ਸ਼ਬਦ, ਔਰ ਵੀ ਬਹੁਤ ਸਾਰੇ ਸ਼ਬਦ ਉਹਨਾਂ ਨੇ ਲਿਖਵਾ ਲਏ ਤੇ ਸਦਾ ਉਹ ਸ਼ਬਦਾਂ ਦਾ ਅਭਿਆਸ ਕਰਦੇ ਸਨ। ਤੇ ਫਿਰ ਪੁੱਛਿਆ ਕਿ ਉਹਨਾਂ ਦਾ ਟਿਕਾਣਾ ਕਿੱਥੇ ਹੈ, ਕਿਸ ਤਰ੍ਹਾਂ ਮੈਂ ਜਾਵਾਂ? ਭਾਈ ਜੋਧ ਨੇ ਫਿਰ ਦੱਸ ਪਾਈ ਸੀ, ਕਿਹਾ ਕਿ ਤੁਸੀਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨਾ ਜੋਤਾਂ ਵਾਲੀ ਦੇ, ਤੇ ਇੱਕ ਰਾਸਤਾ ਇਹਦੀ ਜਾਂਦਾ ਹੈ ਤੇ ਦੂਜਾ ਰਾਸਤਾ ਜਿਹੜਾ ਹੈ ਉਹ ਥੋੜਾ ਜਿਹਾ ਲੰਬੇਰਾ ਹੈ। ਲੇਕਿਨ ਜੇ ਤੁਸੀਂ ਉਹ ਰਾਸਤੇ ਤੋਂ ਜਾਓ ਤੇ ਜਾਂਦਿਆਂ ਰਸਤੇ ਵਿੱਚ ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਡੇਰਾ ਵੀ ਆ ਜਾਵੇਗਾ। ਉੱਥੇ ਜਾਂਦੇ ਜਾਂਦੇ ਮਹਾਰਾਜ ਜੀ ਦੇ ਦਰਸ਼ਨ ਕਰ ਲਿਓ ਤੇ ਫਿਰ ਬਾਅਦ ਦੇ ਵਿੱਚ ਦੇਵੀ ਦੇ ਕੋਲ ਵੀ ਚੱਲ ਜਾਓ। ਬਾਬਾ ਲਹਿਣਾ ਜੀ ਜਦੋਂ ਆਏ, ਸਾਰਾ ਸੰਗ ਜਿਹੜਾ ਉਹਨਾਂ ਨੇ ਨਗਰ ਦੇ ਬਾਰ-ਬਾਰ ਖੜੇ ਕਰਨਾ ਕੀਤਾ ਤੇ ਕਹਿੰਦੇ ਕਿ ਮੈਂ ਵੇਖ ਕੇ ਆਵਾਂ। ਤੇ ਮਨ ਵਿੱਚ ਸੋਚਦੇ ਕਿ ਮਨਾ ਜੇ ਪੂਰਾ ਗੁਰੂ ਮਿਲ ਗਿਆ ਤੇ ਸਮਾਂ ਦਿੱਤਾ ਸੀ ਸੰਗਤਾਂ ਨੂੰ, ਬਸ ਭਾਈ ਮੈਂ ਤੋਂ 1 ਜਾਂ 2 ਘੰਟਾ ਸਮਾਂ ਲੈਂਦਾ, ਮੈਂ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਡੇਰੇ ਜਾਵਾਂ, ਉਹਨਾਂ ਦੇ ਦਰਸ਼ਨ ਕਰਕੇ ਆਵਾਂ, ਫਿਰ ਆਪਾਂ ਅੱਗੇ ਚੱਲ ਵੜਦੇ ਹਾਂ, ਤੁਸੀਂ ਉਦੋਂ ਤੱਕ ਵਿਸ਼ਰਾਮ ਕਰੋ। ਬਸ ਪਿਆਰਿਓ ਗਏ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸੁਧ ਦੀ ਸੁਧ ਖਤਮ ਹੋ ਗਈ, ਬੁੱਧ ਦੀ ਬੁੱਧ ਖਤਮ ਹੋ ਗਈ, ਹੁਣ ਮਤ ਵਿੱਚ ਮਤ ਨਹੀਂ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੇ ਪਿਆਰਿਓ ਬਣ ਗਏ। ਜਾਣਾ ਤਾਂ ਸੀ ਦੇਵੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੇ ਦਰਸ਼ਨ ਕਰਨੇ ਕੀਤੇ ਤੇ ਉਸੇ ਵੇਲੇ ਪਿਆਰਿਓ ਮਨ ਜਿਹੜਾ ਹੈ ਇੱਕਦਮ ਦਰਵ ਗਿਆ, ਗੁਰੂ ਕੇ ਬਣ ਗਏ। ਪੈਰਾਂ ਦੇ ਵਿੱਚ ਝਾਂਜਰਾਂ ਬੰਨੀਆਂ ਹੋਈਆਂ ਸਨ, ਹੱਥਾਂ ਦੇ ਵਿੱਚ ਮੌਲੀ ਆਦਿਕ, ਤਾਗੇ ਆਦਿਕ, ਗਲ ਦੇ ਵਿੱਚ ਤਵੀਤ ਆਦਿਕ ਦੇਵੀ ਦੀ ਬੰਨਣੀ ਕੀਤੀ ਕਿਉਂਕਿ ਮੁਖੀ ਸਨ। ਲੇਕਿਨ ਜਦੋਂ ਪੂਰਾ ਗੁਰੂ ਪ੍ਰਾਪਤ ਹੋ ਗਿਆ, ਉਸੇ ਵੇਲੇ ਪੈਂਜਣਾ ਝਾਂਜਰਾਂ ਜਿਹੜੀਆਂ ਉਹ ਕੱਢ ਦਿੱਤੀਆਂ, ਦੀ ਲੋੜ ਨਹੀਂ ਹੈ, ਮੈਨੂੰ ਪੂਰਾ ਗੁਰੂ ਪ੍ਰਾਪਤ ਹੋ ਗਿਆ, ਹੁਣ ਮੈਂ ਇੱਕ ਦਾ ਹੀ ਬਣ ਕੇ ਰਹਿਣਾ, ਦੂਜੇ ਕੋਲ ਨਹੀਂ ਜਾਣਾ। ਤੁਸੀਂ ਜਾਣਾ ਤੇ ਜਾਓ ਤੇ ਕੋਈ ਦੂਜਾ ਆਪਣਾ ਮੁਖੀ ਬਣਾ ਲਿਓ। ਉਸ ਤੋਂ ਬਾਅਦ ਫਿਰ ਕਦੇ ਨਹੀਂ ਗਏ। ਲੇਕਿਨ ਸ਼ੁਰੂਆਤ ਜਿਹੜੀ ਹੋਈ ਸੀ ਸਤਿਗੁਰੂ ਮਹਾਰਾਜ ਜੀ ਦੇ ਨਾਲ, ਸਭ ਤੋਂ ਪਹਿਲਾਂ ਸ਼ਬਦ ਕਰਕੇ ਬਾਬਾ ਲਹਿਣਾ ਜੀ ਜੁੜੇ। ਇਸ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਵੀ ਸੰਗ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਾਲ ਜਿਹੜਾ ਜੁੜਾਵ ਹੋਇਆ ਸੀ, ਜੋ ਕੜੀ ਸੀ, ਉਹ ਸ਼ਬਦ ਹੈ। ਇਹ ਸ਼ਬਦ ਜਿਹੜਾ ਹੁਣ ਜੋ ਆਪ ਜੀਆਂ ਨੇ ਸਰਵਣ ਕਰਨਾ ਕੀਤਾ, ਇਹ ਸ਼ਬਦ ਦੇ ਮਾਧਿਅਮ ਦੇ ਨਾਲ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਨਾਲ ਜੁੜਦੇ ਹਨ। ਆਓ ਪਿਆਰਿਓ ਸ਼ਬਦ ਦੀ ਵੀ ਵਿਚਾਰ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖ ਬਾਕ ਮਾਰੂ ਮਹੱਲਾ ਪਹਿਲਾ ਘਰ ਪਹਿਲਾ। ਆ ਜਿਹੜਾ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਗਾਉਣਾ ਕੀਤਾ,
ਤੇ ਰਾਗੀਆਂ ਵਾਸਤੇ ਹਿਦਾਇਤ ਕੀਤੀ ਕਿ ਆ ਸ਼ਬਦ ਪਹਿਲੇ ਘਰ ਦੇ ਵਿੱਚ ਗਾਉਣਾ ਹੈ। ਕਰਨੀ ਕਾਗਦ ਮਨ ਮਸਵਾਣੀ। ਇਹ ਜੋ ਸ਼ਬਦ ਹੈ ਨਾ ਪਿਆਰਿਓ, ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ 2-4 ਦ੍ਰਿਸ਼ਟਾਂਤ ਜਿਹੜੇ ਹਨ। ਇੱਕ ਤਾਂ ਕਾਗਦ ਜਿਹੜਾ, ਜਿਸ ਤਰ੍ਹਾਂ ਕੋਈ ਲੇਖਾ ਜੋਖਾ ਕਰਨਾ ਤੇ ਆਪਾਂ ਕਾਗਦ ਲੈਂਦੇ ਆ ਤੇ ਮਸ ਲੈਂਦੇ ਆ, ਦਵਾਤ ਸ਼ਾਈ ਲੈ ਕਰਕੇ, ਪੈਨ ਲੈ ਕਰਕੇ, ਕਲਮ ਲੈ ਕਰਕੇ ਉਹਦੇ ਉੱਤੇ ਲਿਖਦੇ ਆ। ਇੱਕ ਆ ਦ੍ਰਿਸ਼ਟਾਂਤ ਲਿਆ ਤੇ ਫਿਰ ਅੱਗੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਦੂਜੇ ਬੰਦ ਦੇ ਵਿੱਚ ਜਾਲ ਦਾ ਦ੍ਰਿਸ਼ਟਾਂਤ ਜਿਹੜਾ ਹੈ ਉਹ ਵਰਤਣਾ ਕੀਤਾ। ਫਿਰ ਪਿਆਰਿਓ ਤੀਜੇ ਤੇ ਚੌਥੇ ਬੰਦ ਦੇ ਵਿੱਚ ਜਿਸ ਤਰ੍ਹਾਂ ਲੋਹਾਰ ਜਿਹੜਾ ਹੈ ਐਰਣ ਦੇ ਵਿੱਚ ਉਹ ਲੋਹਾ ਪਾ ਕਰਕੇ ਲੋਹੇ ਨੂੰ ਢਾਲ ਦਿੰਦਾ ਹੈ, ਉਹਨੂੰ ਪਿਗਾਲ ਕਰਕੇ ਫਿਰ ਉਹਦਾ ਇੱਕ ਆਕਾਰ ਘੜਦਾ ਹੈ। ਇਹ ਵੀ ਮਹਾਰਾਜ ਜੀ ਨੇ ਸ਼ਬਦ ਪਿਆਰਿਓ ਇੱਕ ਹੈ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕਈ ਉਦਾਹਰਨਾਂ ਜਿਹੜੀਆਂ ਹਨ, ਕਈ ਦ੍ਰਿਸ਼ਟਾਂਤ ਜਿਹੜੇ ਹਨ ਉਹ ਦੇ ਕਰਕੇ ਮਹਾਰਾਜ ਜੀ ਨੇ ਸਮਝਾਇਆ ਹੈ। ਇੱਥੇ ਸ਼ੁਰੂਆਤ ਦੇ ਵਿੱਚ ਮਹਾਰਾਜ ਜੀ ਨੇ ਜੋ ਬਚਨ ਕੀਤਾ, ਜਿਸ ਤਰ੍ਹਾਂ ਕਿ ਪਿਆਰਿਓ ਆਪਾਂ ਕੀ ਕਰਦੇ ਆ, ਕੁਝ ਲਿਖਣਾ ਹੋਵੇ, ਲਿਖਣ ਦੇ ਵਾਸਤੇ ਸਾਨੂੰ ਕਾਗਜ਼ ਵੀ ਚਾਹੀਦਾ ਹੈ, ਕਾਗਜ਼ ਤੋਂ ਬਾਅਦ ਲਿਖਾਰੀ ਵੀ ਚਾਹੀਦਾ, ਤੇ ਲਿਖਣ ਵਾਲਾ ਹੋ ਗਿਆ, ਕਾਗਜ਼ ਹੋ ਗਿਆ, ਪੈਨ ਵੀ ਚਾਹੀਦੀ ਹੈ। ਤੋ ਜੋ ਲਿਖਣਾ ਹੈ ਕਿ ਜੋ ਵੀ ਆਪਾਂ ਲਿਖਦੇ ਆ ਉਹ ਲੇਖ ਵੀ ਚਾਹੀਦੇ ਹਨ, ਤੇ ਇਹ ਸਾਰੇ ਜਦੋਂ ਮਿਲਦੇ ਤਾਂ ਪਿਆਰਿਓ ਆਪਾਂ ਲਿਖ ਸਕਦੇ ਆ। ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਜੀਵ ਆਉਂਦਾ ਨਾ, ਤੇ ਜੀਵ ਆ ਕਰਕੇ ਫਿਰ ਇਹ ਕਰਮਾਂ ਦੇ ਲੇਖ ਲਿਖਦਾ ਹੈ। ਤੇ ਹੁਣ ਸਤਿਗੁਰੂ ਮਹਾਰਾਜ ਇਹ ਲਿਖਾਰੀ ਦਾ ਜਦੋਂ ਆਪਾਂ ਪਿਆਰਿਓ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਆ, ਸੋਧਰ ਦੀ ਚੌਂਕੀ ਲੱਗਦੀ ਹੈ, ਉਹਦੇ ਵਿੱਚ ਵੀ ਹਜੂਰ ਸਾਹਿਬ ਜੀ ਦੀ ਮਰਿਆਦਾ ਮੁਤਾਬਕ ਆਪੇ ਪੱਟੀ ਕਲਮ ਆਪ, ਉਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ, ਕਿ ਆਪੇ ਹੀ ਪੱਟੀ ਹੈ, ਕਲਮ ਵੀ ਆਪੇ ਹੀ ਹੈ, ਸਿਆਹੀ ਵੀ ਆਪੀ ਹੈ, ਤੇ ਲਿਖਣ ਵਾਲੇ ਵੀ ਆਪ ਜੀ ਹੀ ਹੋ ਪ੍ਰਮਾਤਮਾ ਜੀਓ। ਇਸ ਤਰ੍ਹਾਂ ਹੀ ਕਈ ਸ਼ਬਦ ਜਿਹੜੇ ਹਨ ਇਸ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਆਏ। ਇੱਥੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜੋ ਸਾਡੀ ਕਰਨੀ ਹੈ, ਕਰਨੀ ਦਾ ਮਤਲਬ ਜੋ ਆਪਾਂ ਕਰਮ ਕਰਦੇ ਆ, ਕਰਮ ਜਿਹੜਾ ਹੈ ਕਰਮਾ ਰੂਪੀ, ਕਰਨੀ ਰੂਪੀ ਸਾਨੂੰ ਕਾਗਜ਼ ਪ੍ਰਾਪਤ ਹੋਇਆ। ਤੇ ਮਸਵਾਣੀ ਦਾ ਮਤਲਬ ਕਿ ਜਿਹਨੂੰ ਆਪਾਂ ਮਸ ਬੋਲਦੇ ਆ, ਸਿਆਹੀ ਬੋਲਦੇ ਆ, ਮਨ ਮਸਵਾਣੀ ਧਾਤ, ਮਨ ਜਿਹੜਾ ਇਹ ਸਿਆਹੀ ਵਰਦੇ ਆ, ਜੋ ਆਪਾਂ ਕਰਮ ਕਰਦੇ ਆ ਬੁਰਾ ਤੇ ਭਲਾ, ਇਹ ਲੇਖ ਆਪਾਂ ਪਿਆਰਿਓ ਆਪਣੇ ਜੀਵਨ ਦੇ ਵਿੱਚ ਲਿਖਦੇ ਆ। ਹਰ ਕੋਈ ਬੰਦਾ ਜਿਹੜਾ ਹੈ ਉਹਨੂੰ ਕਰਨੀ ਰੂਪੀ ਕਾਗਜ਼ ਪ੍ਰਾਪਤ ਹੋਇਆ, ਤੇ ਮਨ ਰੂਪੀ ਲਿਖਾਰੀ, ਮਨ ਰੂਪੀ ਉਹਨੂੰ ਕਲਮ ਪ੍ਰਾਪਤ ਹੋਈ ਹੈ। ਜੇ ਪਿਆਰਿਓ ਕਰਨੀ ਨਾ ਹੋਵੇ ਤਾਂ ਵੀ ਆਪਾਂ ਲਿਖ ਨਹੀਂ ਸਕਦੇ ਆ, ਜੇ ਮਨ ਵੀ ਨਾ ਹੋਵੇ ਤਾਂ ਵੀ ਆਪਾਂ ਲਿਖ ਨਹੀਂ ਸਕਦੇ ਆ। ਲੇਕਿਨ ਆਪਾਂ ਕੀ ਕਰਦੇ ਆ, ਹਰ ਕੋਈ ਬੰਦਾ ਭਾਵੇਂ ਪਿਆਰਿਓ ਇੱਕਦਮ ਨਿਕ੍ਰਿਸ਼ਟ ਤੋਂ ਨਿਕ੍ਰਿਸ਼ਟ ਬੰਦਾ ਹੋਵੇ, ਉਹ ਵੀ ਜਿਹੜੇ ਹਨ ਕਦੇ ਨਾ ਕਦੇ ਕੋਈ ਚੰਗਾ ਕੰਮ ਉਹ ਕਰ ਹੀ ਜਾਂਦਾ ਹੈ। ਤੇ ਕਈ ਵਾਰੀ ਆਪਾਂ ਵੇਖਦੇ ਆ ਕਈ ਬੜੇ ਚੰਗੇ ਬੰਦੇ ਹੁੰਦੇ, ਉਹ ਵੀ ਪਿਆਰਿਓ ਫਿਰ ਕੋਈ ਨਾ ਕੋਈ ਗਲਤ ਕੰਮ ਤਾਂ ਉਹ ਵੀ ਕਰੀ ਜਾਂਦੇ ਹਨ। ਕਹਿਣ ਦਾ ਭਾਵ ਕਿ ਜੀਵ ਕੀ ਕਰਦਾ ਹੈ, ਤੇ ਬੁਰਾ ਭਲਾ ਦੋਏ ਲੇਖ ਪਏ, ਤੇ ਆਪਾਂ ਕੀ ਕਰਦੇ ਹਾਂ, ਚੰਗਾ ਤੇ ਮਾੜਾ ਜਿਹੜਾ ਹੈ ਕਰਮ ਆਪਾਂ ਕਰਦੇ ਆ। ਦਿਨ ਦੇ ਵਿੱਚ ਵੀ ਪਿਆਰਿਓ ਕਈ ਸਾਡੇ ਤੋਂ ਚੰਗੇ ਕਰਮ ਵੀ ਹੋ ਜਾਂਦੇ ਹਨ, ਕਈ ਸਾਡੇ ਤੋਂ ਮਾੜੇ ਕਰਮ ਵੀ ਹੋ ਜਾਂਦੇ ਹਨ। ਇੱਥੇ ਮਹਾਰਾਜ ਜੀ ਨੇ ਕਰਨੀ ਨੂੰ ਕਾਗਜ਼ ਕਿਹਾ ਤੇ ਮਨ ਨੂੰ ਮਸਮਾਣੀ ਕਿਹਾ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਨਾਸਰੀ ਰਾਗ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਮਹਾਰਾਜ ਜੀ ਨੇ ਕਾਇਆ ਨੂੰ ਪਿਆਰਿਓ ਕਾਗਜ਼ ਕਿਹਾ। ਕਾਇਆ ਕਾਗਜ਼ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਨਾ, ਦਰਗਹਿ ਘੜੀਐ ਤੀਨੇ ਲੇਖ, ਖੋਟਾ ਕੰਮ ਨਾ ਆਵੈ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ, ਰਹਾਉ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾ ਵੈ ਜੀਆਂ ਕਹਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਜੋ ਅਖੌਤੀ ਧਾਰਮਿਕ ਲੋਕ ਹਨ, ਮਹਾਰਾਜ ਜੀ ਨੇ ਕਿਹਾ, ਜਿਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਕਾਦੀ ਹੁੰਦਾ ਹੈ, ਕਾਦੀ ਦਾ ਮਤਲਬ ਕਾਜੀ ਜਿਹੜਾ ਫਤਵੇ ਆਦਿ ਜਾਰੀ ਕਰਦਾ, ਉਹਨੂੰ ਕਾਜੀ ਬੋਲਦੇ ਹਨ। ਤੇ ਹਿੰਦੂ ਮਤ ਦੇ ਵਿੱਚ ਪਿਆਰਿਓ
ਤੇ ਬਾਹਮਣ ਹੁੰਦਾ ਹੈ। ਬਾਹਮਣ ਨਾ ਵੈ ਜੀਆਂ ਘਾਏ। ਬਾਹਮਣ ਕੀ ਕਰਦਾ? ਲੋਕਾਂ ਨੂੰ ਘੁੱਟ-ਘੁੱਟ ਜੀਆਂ ਖਾਵਣੇ, ਘੁੱਟ-ਘੁੱਟ ਕੇ ਲੋਕਾਂ ਨੂੰ ਮਾਰ ਦਿੰਦਾ ਹੈ। ਉਹਨਾਂ ਦੀ ਸਾਰੀ ਕਮਾਈ ਆਪ ਹੜੱਪ ਕਰ ਜਾਂਦਾ ਤੇ ਉਤੋਂ ਜਿਹੜਾ ਨਾ ਧੋ ਕਰਕੇ ਕਹਿੰਦਾ ਜੀ ਮੈਂ ਪਵਿੱਤਰ ਹੋ ਗਿਆ। ਜੋਗੀ ਜੁਗਤ ਨਾ ਜਾਣੈ ਅੰਧ। ਤੇ ਜਿਹੜੇ ਜੋਗੀ ਬਣ ਜਾਂਦੇ ਹਨ, ਜੋਗ ਧਾਰਨ ਕਰਨਾ ਕੀਤਾ, ਕਹਿੰਦੇ ਕਿ ਭਾਈ ਅਸੀਂ ਜੋਗੀ ਬਣ ਗਏ ਹਾਂ, ਲੇਕਿਨ ਜੋਗ ਤਾਂ ਉਹਨੇ ਧਾਰਨ ਕੀਤਾ, ਜੋਗ ਦੀ ਉਹਨੂੰ ਜੁਗਤ ਪ੍ਰਾਪਤ ਨਹੀਂ ਹੋਈ ਹੈ। ਇਸ ਤਰ੍ਹਾਂ ਹੀ ਪਿਆਰਿਓ ਅੱਜ ਆਪਾਂ ਵੇਖਦੇ ਹਾਂ ਸਿੱਖ ਮੱਤ ਦੇ ਵਿੱਚ ਵੀ, ਕਿਉਂਕਿ ਇਹ ਨਹੀਂ ਹੈ ਕਿ ਭਾਈ ਸਿੱਖ ਮੱਤ ਸਿੱਖ ਪੰਥ ਇਹ ਤੋਂ ਬਚ ਗਿਆ। ਨਹੀਂ ਪਿਆਰਿਓ, ਆਪਾਂ ਵੀ ਤਾਂ ਵਿਅਕਤੀ ਹਾਂ, ਆਪਾਂ ਵੀ ਤਾਂ ਸੰਸਾਰੀ ਜੀਵ ਹਾਂ। ਜੋ ਅਖਾਉਤੀ ਜਿਹੜੇ ਹਨ ਤਥਾ ਕਥਿਤ ਧਾਰਮਿਕ ਲੋਕ, ਅਖਾਉਤੀ ਧਾਰਮਿਕ ਠੇਕੇਦਾਰ ਜਿਹੜੇ ਹਨ, ਜਿਨ੍ਹਾਂ ਨੇ ਧਰਮ ਦਾ ਠੇਕਾ ਲੈਣਾ ਕੀਤਾ, ਕਿਉਂਕਿ ਹਿੰਦੂ ਮੱਤ ਦੇ ਵਿੱਚ ਬਾਹਮਣਾਂ ਨੇ ਧਰਮ ਦਾ ਠੇਕਾ ਲਿਆ, ਮੁਸਲਮਾਨਾਂ ਦੇ ਵਿੱਚ ਕਾਜ਼ੀਆਂ ਨੇ, ਮਲਾਣਿਆਂ ਨੇ ਧਰਮ ਦਾ ਠੇਕਾ ਲੈਣਾ ਕੀਤਾ। ਇਸ ਤਰ੍ਹਾਂ ਹੀ ਸਾਡੀ ਵੀ ਮੱਤ ਦੇ ਵਿੱਚ ਪਿਆਰਿਓ ਜੋ ਅਖਾਉਤੀ ਸੱਚੇ ਨਹੀਂ, ਅਖਾਉਤੀ ਸਿਰਫ ਕਹਿਣ ਮਾਤਰ ਜਿਹੜੇ ਹਨ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਹੋਏ। ਤੀਨੇ ਉਜਾੜੇ ਕਾ ਬੰਦ, ਇਹਨਾਂ ਨੇ ਮਹਾਰਾਜ ਜੀ ਨੇ ਕਿਹਾ ਉਜਾੜਾ ਪਾ ਦਿੱਤਾ। ਲੋਕਾਂ ਨੂੰ ਉਜਾੜਨ ਦੇ ਵਿੱਚ ਪਾਪੀਆਂ ਦਾ ਹੱਥ ਨਹੀਂ ਹੈ। ਲੋਕ ਅੱਜ ਧਰਮ ਤੋਂ ਜਿਹੜੇ ਦੂਰ ਜਾ ਰਹੇ ਹਨ, ਪਾਪੀਆਂ ਦੇ ਕਰਕੇ ਜਾਂ ਨਾਸਤਕਾਂ ਦੇ ਕਰਕੇ ਨਹੀਂ ਜਾ ਰਹੇ। ਮਹਾਰਾਜ ਜੀ ਨੇ ਕਿਹਾ ਅਸਲ ਦੇ ਵਿੱਚ ਧਰਮ ਨੂੰ ਉਜਾੜਨਾ ਇਹਨਾਂ ਨੇ ਕੀਤਾ ਹੈ। ਇਹ ਤਥਾ ਕਥਿਤ ਜਿਹੜੇ ਧਾਰਮਿਕ ਲੋਕ ਆਪਣੇ ਆਪ ਨੂੰ ਅਖਵਾਉਂਦੇ ਹਨ ਧਰਮ ਦਾ, ਜਿਨ੍ਹਾਂ ਨੇ ਲਿਬਾਸ ਧਾਰਨ ਕਰਨਾ ਕੀਤਾ, ਲੇਕਿਨ ਅੰਦਰੋਂ ਧਰਮ ਦੀ ਕੋਈ ਨਿਸ਼ਾਨੀ ਨਹੀਂ ਹੈ। ਭਾਵ ਕਿ ਅੰਦਰੋਂ ਇੱਕਦਮ ਜਿਹੜੇ ਭੈੜੇ ਕਰਮ ਕਰਦੇ ਹਨ, ਮੰਦ ਕਰਮ ਕਰਦੇ, ਮੰਦ ਵਾਸ਼ਨਾ ਹੈ ਜਿਨ੍ਹਾਂ ਦੇ ਮਨ ਵਿੱਚ, ਈਰਖਾ ਦਵੈਖ ਦੇ ਵਿੱਚ ਜਿਹੜੇ ਫਸੇ ਹੋਏ, ਇਹਨਾਂ ਨੇ ਜਿਹੜਾ ਹੈ ਮਹਾਰਾਜ ਜੀ ਨੇ ਕਿਹਾ ਨਾ ਤੇ ਪੰਡਤ ਪਾੜੀ ਬਾਟ, ਇਹਨਾਂ ਨੇ ਰਾਈ ਉਜਾੜ ਦਿੱਤਾ। ਤੀਨੇ ਉਜਾੜੇ ਕਾ ਬੰਦ, ਇਹਨਾਂ ਨੇ ਉਜਾੜਾ ਪਾ ਕਰਕੇ ਰੱਖ ਦਿੱਤਾ। ਉਥੇ ਸਤਿਗੁਰੂ ਮਹਾਰਾਜ ਜੀ ਨੇ ਕਾਇਆ ਕਾਗਦ ਮਨ ਪਰਵਾਣਾ, ਕਾਇਆ ਨੂੰ ਕਾਗਦ ਕਿਹਾ, ਮਨ ਨੂੰ ਪਰਵਾਣਾ ਕਿਹਾ ਹੈ। ਲੇਕਿਨ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਕਰਨੀ ਕਾਗਦ ਹੈ ਤੇ ਮਦਾ, ਜਿਉਂ ਜਿਉਂ ਕੀਰਤ ਚਲਾਏ ਤਿਉਂ ਚਲੀਐ। ਲੇਕਿਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜੀਵ ਦੇ ਵਸ ਵਿੱਚ ਵੀ ਕੀ ਹੈ, ਜਿਸ ਤਰ੍ਹਾਂ ਪ੍ਰਮਾਤਮਾ ਕਿਰਤ ਧੱਕੇ ਦੇ। ਮਹਾਰਾਜ ਜੀ ਨੇ ਕਿਹਾ ਨਾ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਕਿਰਤ ਸਾਨੂੰ ਪਿਆਰਿਓ ਧੱਕੇ ਦਿੰਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਤੇ ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ। ਜਿਸ ਤਰ੍ਹਾਂ ਪ੍ਰਮਾਤਮਾ ਸਾਨੂੰ ਭੁਆਉਂਦਾ ਹੈ, ਜਿਸ ਤਰ੍ਹਾਂ ਸਾਡੇ ਤੋਂ ਕੰਮ ਕਰਾਉਂਦਾ ਜੀਵ ਜਿਹੜਾ ਉਹ ਕਰਮ ਕਰਦਾ, ਤੋ ਗੁਣ ਨਾਹੀ ਅੰਤ ਹਰੇ। ਲੇਕਿਨ ਮਹਾਰਾਜ ਕਹਿੰਦੇ ਹਨ ਕਿ ਹੇ ਹਰੀ ਪ੍ਰਮਾਤਮਾ ਜੀਓ, ਤੇਰਾ ਅੰਤ ਕਿਨਾਂ ਨੇ ਵੀ ਨਹੀਂ ਪ੍ਰਾਪਤ ਕਰਨਾ ਕੀਤਾ। ਤੂੰ ਬੇਅੰਤ ਹੈ। ਤੂੰ ਪਾਪੀਆਂ ਤੋਂ ਪਾਪ ਦੇ ਕਰਮ ਵੀ ਤੂੰ ਹੀ ਕਰਾਉਣ ਵਾਲਾ ਹੈ ਤੇ ਪੁੰਨੀਆਂ ਤੋਂ ਤੂੰ ਪੁੰਨ ਦੇ ਕਰਮ ਵੀ ਤੂੰ ਹੀ ਕਰਾਉਣ ਵਾਲਾ ਹੈ। ਭਾਵ ਕਿ ਇੱਕ ਨਾ ਨੂੰ ਤੂੰ ਭਵਾ ਰਿਹਾ ਹੈ ਤੇ ਇੱਕ ਨੂੰ ਤੂੰ ਸੋਝੀ ਦੇ ਰਿਹਾ। ਇਹ ਸਭ ਕੁਝ ਤੇਰੇ ਹੁਕਮ ਦੇ ਵਿੱਚ ਹੋ ਰਿਹਾ। ਚਿਤ ਚੇਤਸ ਕੀ ਨਹੀਂ ਬਾਵਰਿਆ। ਸਤਿਗੁਰੂ ਜੀ ਕਹਿੰਦੇ ਕਿ ਐ ਕਮਲਿਆ ਝਲਿਆ, ਤੂੰ ਮਨ ਦੇ ਵਿੱਚ ਆਪਣੇ ਚਿੱਤ ਦੇ ਵਿੱਚ ਕਿਉਂ ਇਹਨਾਂ ਗੱਲਾਂ ਨੂੰ ਨਹੀਂ ਚਿਤਾਰਦਾ, ਕਿਉਂ ਨਹੀਂ ਤੂੰ ਚੇਤੇ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ। ਹਰ ਬਿਸਰਤ ਭਾਵ ਕਿ ਜਦੋਂ ਜੀਵ ਜਿਹੜਾ ਹੈ ਰੱਬ ਨੂੰ, ਹਰੀ ਨੂੰ ਬਿਸਰ ਜਾਂਦਾ ਤੇ ਤੇਰੇ ਗੁਣ ਗਲਿਆ, ਉਹਦੇ ਗੁਣ ਜਿਹੜੇ ਹਨ ਗਲ ਜਾਂਦੇ ਹਨ। ਕੋਈ ਚੀਜ਼ ਪਿਆਰਿਓ ਸੜ ਗਲ ਜਾਵੇ ਨਾ, ਉਹਦੇ ਵਿੱਚੋਂ ਬਦਬੂ ਮਾਰਦੀ ਹੈ, ਮੁਸ਼ਕ ਮਾਰਦੀ ਹੈ। ਇਹਦਾ ਮਤਲਬ ਇਹਨੂੰ ਸਮਝਣ ਦੇ ਵਾਸਤੇ, ਜਿਸ ਤਰ੍ਹਾਂ ਆਪਾਂ ਬਹੁਤ ਵਧੀਆ ਕੋਈ ਪਦਾਰਥ ਆਪ ਜੀ ਤਿਆਰ ਕਰਦਾ ਕਰੋ, ਖਾਣ ਦੇ ਪਦਾਰਥ ਆਪਾਂ ਤਿਆਰ ਕਰਦੇ ਹਾਂ, ਬਹੁਤ ਵਧੀਆ ਭਾਜੀ ਹੁੰਦੀ ਹੈ, ਸਬਜ਼ੀ ਹੁੰਦੀ ਹੈ। ਲੇਕਿਨ ਪਿਆਰਿਓ ਜਦੋਂ ਉਹ ਬਾਸੀ ਉਤਰ ਜਾਵੇ, ਉਹ ਅੰਦਰੋਂ ਗੜ ਜਾਵੇ, ਫਿਰ ਪਿਆਰਿਓ ਉਹ ਖਾਣ ਦੇ ਜੋਗੀ ਨਹੀਂ ਹੁੰਦੀ ਹੈ। ਉਹਦੇ ਵਿੱਚੋਂ ਖੁਸ਼ਬੂ ਨਹੀਂ, ਲੇਕਿਨ ਕਦੇ ਉਹਦੇ ਵਿੱਚੋਂ ਹੀ ਬੜੀ ਬੰਦੇ ਨੂੰ ਆਪਾਂ ਨੂੰ ਮੁਸ਼ਕ ਆਉਂਦੀ ਸੀ, ਆਪਾਂ ਬੜੀ ਖੁਸ਼ਬੂ ਲੈਂਦੇ ਸੀ, ਕਹਿੰਦੇ ਕਿ ਭਾਈ ਵਾਹ ਵਾਹ ਬਹੁਤ ਵਧੀਆ ਭਈਆ ਪਦਾਰਥ ਬਣਿਆ ਹੋਇਆ ਹੈ, ਬਹੁਤ ਵਧੀਆ ਇਹ ਸਬਜ਼ੀ ਬਣੀ ਹੋਈ ਹੈ। ਲੇਕਿਨ ਉਹੀ ਸਬਜ਼ੀ ਪਿਆਰਿਓ ਜਦੋਂ ਗੜ ਜਾਂਦੀ ਹੈ, ਖਰਾਬ ਹੋ ਜਾਂਦੀ ਹੈ,
ਉਹਦੇ ਅੰਦਰੋਂ ਫਿਰ ਵਾਸ਼ਨਾ ਮਾਰਦੀ ਹੈ, ਮੁਸ਼ਕ ਮਾਰਦੀ ਹੈ। ਫਿਰ ਉਹਨੂੰ ਕੋਈ ਲਾਗੇ ਨਹੀਂ ਲੱਗਦਾ, ਸਾਰੇ ਕਹਿੰਦੇ ਜੀ ਕਾਢੋ ਕਾਢੋ, ਇਹਨੂੰ ਸੁੱਟ ਦਿਓ ਭਾਈ, ਇਹਨੂੰ ਪਰਾਂ ਕਰ ਦਿਓ। ਇਸ ਤਰ੍ਹਾਂ ਹੀ ਜਦੋਂ ਤੱਕ ਜੀਵ ਜਿਹੜਾ ਹੈ ਰੱਬ ਨੂੰ ਚੇਤੇ ਕਰਦਾ, ਉਹਦੀ ਕਦਰ ਕੀਮਤ ਸੰਸਾਰ ਦੇ ਵਿੱਚ ਹੈ। ਜਦੋਂ ਰੱਬ ਨੂੰ ਵਿਸਾਰ ਕਰਕੇ ਮਨਮੁਖਤਾਈ ਦੇ ਫਿਰ ਮਨ ਦੇ ਪਿੱਛੇ ਲੱਗ ਕਰਕੇ, ਅਹੰਕਾਰ ਦੇ ਪਿੱਛੇ ਲੱਗ ਕਰਕੇ ਕਰਮ ਕਰਦਾ, ਫਿਰ ਸਾਰੇ ਕਹਿੰਦੇ ਕਿ ਹਰ ਬਿਸਰਤ ਤੇਰੇ ਗੁਣ ਗਲਿਆ। ਭਾਈ ਆਹ ਬੰਦਾ ਤਾਂ ਚੰਗਾ ਸੀ, ਲੇਕਿਨ ਇਹਨੇ ਰੱਬ ਨੂੰ ਵਿਸਾਰ ਦਿੱਤਾ, ਮਨਮਤੀਆ ਬਣ ਗਿਆ, ਅਹੰਕਾਰੀ ਬਣ ਗਿਆ। ਇਹਦੇ ਜਿੰਨੇ ਚੰਗੇ ਗੁਣ ਸਨ ਉਹ ਗੜ ਗਏ, ਉਹ ਖਤਮ ਹੋ ਗਏ। ਰਹਾਉ ਜਾਲੀ ਰਹਿਨ ਜਾਲ ਦਿਨ ਹੁਆ। ਹੁਣ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਹੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪਹਿਲਾ ਉਦਾਹਰਣ ਮਹਾਰਾਜ ਜੀ ਨੇ ਕਾਗਤ, ਮਸਵਾਣੀ, ਕਲਮ ਆਦਿਕ ਦਾ ਇਹ ਉਦਾਹਰਣ ਕਰਮ ਲਿਖਣਾ, ਇਹ ਮਹਾਰਾਜ ਜੀ ਨੇ ਇਹ ਉਦਾਹਰਣ, ਇਹ ਦ੍ਰਿਸ਼ਟਾਂਤ ਜਿਹੜਾ ਵਰਤਨਾ ਕੀਤਾ। ਹੁਣ ਪਿਆਰਿਓ ਇਸ ਬੰਦ ਦੇ ਵਿੱਚ ਰਹਾਉ ਤੋਂ ਅੱਗੇ ਜਾਲ ਜਿਹੜਾ ਹੈ, ਜਾਲ ਦਾ ਮਤਲਬ ਜਿਸ ਤਰ੍ਹਾਂ ਕੇ ਸ਼ਿਕਾਰੀ ਜਿਹੜੇ ਹੁੰਦੇ ਹਨ ਉਹ ਜਾਲ ਲਾ ਕਰਕੇ, ਜਾਲ ਪਾ ਕਰਕੇ ਪੰਛੀਆਂ ਨੂੰ ਜਿਹੜਾ ਪੰਛੀ ਜਿਉਂ ਫਾਹਾਵਤ ਹੈ, ਜਾਲ ਵਿਸਥਾਰ ਤੇ ਜਾਲ ਉਹ ਲਾ ਕਰਕੇ ਚੋਗ ਵਿਸਥਾਰੀ ਪੰਛੀ ਜਿਉਂ ਫਾਹਾਵਤ ਹੈ। ਭਾਵ ਕਿ ਉਹ ਜਾਲ ਬੰਨ ਦਿੰਦੇ ਹਨ ਅੰਦਰ ਖਾਤੇ, ਉਤੋਂ ਪੰਛੀਆਂ ਨੂੰ ਫਸਾਉਣ ਵਾਸਤੇ ਦਾਣਾ ਪਾ ਦਿੰਦੇ, ਤੇ ਪੰਛੀ ਆ ਕਰਕੇ, ਜੀਵ ਆ ਕਰਕੇ ਦਾਣਾ ਚੁਗਣ ਵਾਸਤੇ ਆਉਂਦਾ ਤੇ ਉਹ ਜਾਲ ਦੇ ਵਿੱਚ ਫਸ ਜਾਂਦਾ। ਇਸ ਤਰ੍ਹਾਂ ਹੀ ਪਿਆਰਿਓ ਮਹਾਰਾਜ ਜੀ ਨੇ ਕਿਹਾ ਕਿ ਕਾਲ ਨੇ ਕੀ ਕਰਨਾ ਕੀਤਾ, ਜਾਲੀ ਰਹਿਣ ਜਾਲ ਦਿਨ ਹੁਆ। ਤੇ ਦਿਨ ਵੀ ਪਿਆਰਿਓ ਉਹਨੇ ਜਾਲ ਬਣਾਈ ਹੈ, ਤੇ ਰਾਤ ਵੀ ਪਿਆਰਿਓ ਉਹਨੇ ਜਾਲ, ਰਾਤ ਦਾ ਵੀ ਜਾਲ ਬੁਣਨਾ ਕੀਤਾ। ਜੀਤੀ ਘੜੀ ਫਾਹੀ ਤੇਤੀ। ਜਿੰਨੀਆਂ ਵੀ ਪਿਆਰਿਓ ਘੜੀਆਂ ਜਿਹੜੀਆਂ ਹਨ, ਵਿਸਵੇ ਚਸੀਆਂ ਘੜੀਆਂ ਪਹਿਰਾ, ਭਾਵ ਕਿ ਵਿਸਵੇ ਹੋ ਗਏ। ਵਿੱਚ ਬੰਦਾ ਜਦੋਂ ਕੋਈ ਗਲਤ ਕੰਮ ਕਰਦਾ ਤੇ ਉਹ ਫਾਹੇ ਤਾਂ ਫਸਦਾ ਹੈ। ਜਾਂ ਇਹਦਾ ਇਹ ਵੀ ਆਪਾਂ ਅਰਥ ਕਰ ਸਕਦੇ ਹਾਂ ਕਿ ਭਾਈ ਆ ਜਿਹੜਾ ਦਿਨ ਸਮਾਂ ਜਿਹੜਾ ਇਹ ਤਾਂ ਜਾਲ ਹੀ ਹੈ, ਤੇ ਜਦੋਂ ਵੀ ਜੀਵ ਚਲਾਣਾ ਕਰ ਜਾਂਦਾ, ਮਰ ਜਾਂਦਾ, ਕਾਲ ਦੇ ਜਾਲ ਦੇ ਵਿੱਚ ਫਸ ਜਾਂਦਾ, ਤੇ ਫਿਰ ਉਹ ਦਿਨ ਵੀ ਜਿਹੜਾ ਇਹ ਥੋੜੀ ਹੁੰਦਾ ਕਿ ਮੌਤ ਕਦੇ ਸਮਾਂ ਕਹਿ ਕਰਕੇ ਆਉਂਦੀ ਹੋਵੇ। ਆਪਾਂ ਵੇਖਦੇ ਹਾਂ ਕਿ ਭਾਈ ਕੋਈ ਬੰਦਾ ਰਾਤ ਨੂੰ ਮਰ ਗਿਆ, ਕੋਈ ਬੰਦਾ ਦਿਨੇ ਚਲਾਣਾ ਕਰ ਜਾਂਦਾ, ਕੋਈ ਦੁਪਹਿਰੇ ਮਰ ਜਾਂਦਾ। ਭਾਵ ਕਿ ਇਹ ਮੌਤ ਨੇ, ਕਾਲ ਨੇ ਜਾਲ ਬੰਨੇ ਹੋਏ ਹਨ। ਜਦੋਂ ਉਹਦਾ ਸਮਾਂ ਪੂਰਾ ਹੋ ਜਾਂਦਾ, ਬਸ ਉਹ ਜਾਲ ਦੇ ਵਿੱਚ ਅੜਕ ਜਾਂਦਾ, ਫਸ ਜਾਂਦਾ। ਜਦੋਂ ਕੋਈ ਜਾਲ ਦੇ ਵਿੱਚ ਫਸ ਜਾਵੇ ਉਹ ਫਿਰ ਬਚ ਨਹੀਂ ਸਕਦਾ। ਹਾਂ ਪਿਆਰਿਓ, ਸੰਸਾਰ ਦੀਆਂ ਜੋ ਜਾਲਾਂ ਹਨ ਉਹਨੂੰ ਤਾਂ ਆਪਾਂ ਤਾੜ ਤੋੜ ਕਰਕੇ ਨਿਕਲ ਸਕਦੇ ਹਾਂ, ਲੇਕਿਨ ਰੱਬ ਨੇ ਜੋ ਕਾਲ ਦਾ ਜਾਲ ਜਿਹੜਾ ਹੈ ਬੁਣਨਾ ਕੀਤਾ, ਕਰਮਾਂ ਦਾ ਜਾਲ ਜਿਹੜਾ ਉਹਨੇ ਸਾਡੇ ਉੱਤੇ ਪਾਇਆ, ਉਹਦੇ ਉੱਤੋਂ ਪਿਆਰਿਓ ਕੋਈ ਬਚ ਨਹੀਂ ਸਕਦਾ, ਕਿਹਦੀ ਹੈਸੀਅਤ ਨਹੀਂ ਹੈ, ਭਾਵੇਂ ਜੋ ਮਰਜ਼ੀ ਹੋ ਜਾਏ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਬਚਨ ਕਰਨਾ ਕੀਤਾ, ਮੱਛੀ ਦਾ ਉਦਾਹਰਣ ਦਿੱਤਾ ਹੈ ਕਿਹਾ ਕਿ ਜਿਉਂ ਮੱਛੀ ਜਿਹੜੀ ਹੈ ਜਲ ਦੇ ਵਿੱਚ ਤੇ ਉਹ ਰਹਿੰਦੀ ਹੈ, ਤੇ ਜਿਉਂ ਮੱਛੀ ਜਲ ਦੇ ਵਿੱਚ ਥਲ ਖਾਰਾ ਅਸਗਾ ਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ, ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ, ਭਾਈ ਰੇ ਇਉਂ ਸਿਰ ਜਾਣਹੁ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤੈ ਜਾਲ। ਕਿ ਜਿਸ ਤਰ੍ਹਾਂ ਮੱਛੀ ਜਿਹੜੀ ਹੈ, ਮੱਛੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ। ਮੱਛੀ ਨੂੰ ਥੋੜੀ ਪਤਾ ਕਿ ਭਾਈ ਮੈਂ ਪਾਣੀ ਦੇ ਵਿੱਚ ਕਲੋਲਾਂ ਕਰ ਰਹੀ ਹਾਂ, ਆਨੰਦ ਮਾਣ ਰਹੀ ਹਾਂ, ਲੇਕਿਨ ਇਹ ਪਾਣੀ ਦੇ ਵਿੱਚ ਜਾਲ ਜਿਹੜਾ ਹੈ ਬੁਣਿਆ ਹੋਇਆ ਹੈ। ਤੇ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ, ਤੇ ਆਪਣੇ ਕੀਤੇ ਕਰਕੇ, ਆਪਣੇ ਕਰਮਾਂ ਕਰਕੇ ਮੱਛੀ ਫਸ ਜਾਂਦੀ ਹੈ। ਮਹਾਰਾਜ ਜੀ ਨੇ ਕਿਹਾ ਜੇ ਤੂੰ ਨਾ ਵੀ ਕਰ, ਲੇਕਿਨ ਕਾਲ ਨੇ ਤੇਰੇ ਸਿਰ ਦੇ ਉੱਤੋਂ ਨਹੀਂ ਟਲਣਾ। ਭਾਈ ਰੇ ਇਉਂ ਸਿਰ ਜਾਣਹੁ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਜਿਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ ਰੇ ਕਿ ਐ ਮੇਰੇ ਭਰਾਵਾ ਤੂੰ ਵੀ ਇਹ ਸਮਝ ਨਾ ਕਰ। ਤੇ ਜਿਸ ਤਰ੍ਹਾਂ ਕਿ ਮੱਛੀ ਜਿਹੜੀ ਹੈ ਪਾਣੀ ਦੇ ਵਿੱਚ ਬੜਾ ਕਲੋਲਾਂ ਕਰਦੀ ਹੈ, ਮੌਜਾਂ ਮਾਣਦੀ ਹੈ, ਇਸ ਤਰ੍ਹਾਂ ਨਹੀਂ ਕਿ ਪਿਆਰਿਓ ਆਪਾਂ ਵੇਖਦੇ ਹਾਂ ਤੇ ਜਿਹੜੇ ਮਾਛੀ ਹੁੰਦੇ ਹਨ ਰੋਜ਼ ਜਾਲ ਪਾਉਂਦੇ ਹਨ, ਜਾਲ ਪਾਕ ਕਰਕੇ ਉਹ ਮੱਛੀਆਂ ਨੂੰ ਫੜਦੇ।
ਕਈ ਵਾਰੀ ਸਾਨੂੰ ਭੁਲੇਖਾ ਲੱਗਦਾ ਕਿ ਭਾਈ ਹੁਣ ਤਾਂ ਇਹ ਪਾਣੀ ਦੇ ਵਿੱਚੋਂ ਸਾਰੀਆਂ ਮੱਛੀਆਂ ਫੜੀਆਂ ਗਈਆਂ, ਸਾਰੀਆਂ ਮੱਛੀਆਂ ਜਿਹੜੀਆਂ ਖਤਮ ਹੋ ਗਈਆਂ। ਨਹੀਂ ਪਿਆਰਿਓ, ਇਹ ਸਾਡਾ ਭੁਲੇਖਾ ਹੁੰਦਾ ਹੈ। ਲੇਕਿਨ ਜਦੋਂ ਪਾਣੀ ਦੇ ਵਿੱਚੋਂ ਕੱਢਦੇ ਹਾਂ, ਰੋਜ਼ ਮਾਛੀ ਜਿਹੜਾ ਜਾਲ ਪਾਉਂਦਾ, ਮੱਛੀਆਂ ਨੂੰ ਫੜ ਫੜ ਕੇ ਲੈ ਕੇ ਜਾਂਦਾ, ਲੇਕਿਨ ਕਦੇ ਨਾ ਕਦਾਈ ਮੱਛੀ ਜਿਹੜੀ ਹੈ ਕਈ ਵਾਰੀ ਜਾਲ ਤੋਂ ਬਚ ਜਾਂਦੀ ਹੈ, ਨਿਕਲ ਜਾਂਦੀ ਹੈ, ਜਾਲ ਤੋਂ ਤੋੜ ਕਰਕੇ ਵੀ ਆ ਜਾਂਦੀ ਹੈ। ਲੇਕਿਨ ਕਦੇ ਕਦਾਈ ਤਾਂ ਪਿਆਰਿਓ ਮੱਛੀ ਨੇ ਅਵਸ਼ ਜਾਲ ਦੇ ਵਿੱਚ ਫਸਣਾ ਹੈ। ਜਦੋਂ ਉਹਦਾ ਕਾਲ ਆ ਜਾਵੇ, ਸਮਾਂ ਆ ਜਾਵੇ, ਮੱਛੀ ਕਾਲ ਦੇ ਅੜਿੱਕੇ ਦੇ ਵਿੱਚ ਆ ਜਾਂਦੀ ਹੈ, ਕਾਲ ਦੇ ਜਾਲ ਦੇ ਵਿੱਚ ਫਸ ਜਾਂਦੀ ਹੈ। ਇੱਕ ਵਾਰੀ ਮੱਛੀ ਕਾਲ ਦੇ ਜਾਲ ਵਿੱਚ ਫਸ ਗਈ, ਉਹਨੂੰ ਕੋਈ ਨਹੀਂ ਬਚਾ ਸਕਦਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਰੇ, ਕਿ ਐ ਮੇਰੇ ਭਰਾਵੋ, ਇੰਜੀ ਤੁਸੀਂ ਜਾਣ ਨਾ ਕਰੋ ਜਿਸ ਤਰ੍ਹਾਂ ਮਾਛੀ ਨੇ ਜਲ ਦੇ ਵਿੱਚ ਜਾਲ ਪਾ ਕਰਕੇ ਫੜਨਾ ਕੀਤਾ, ਇਸ ਤਰ੍ਹਾਂ ਤੁਹਾਡੇ ਉੱਤੇ ਵੀ ਕਾਲ ਦਾ ਜਾਲ ਪਿਆ ਹੋਇਆ ਹੈ। ਕਦੇ ਕਦਾਈ ਨਾ ਤੇ ਜਦੋਂ ਤੁਹਾਡਾ ਸਮਾਂ ਆ ਜਾਵੇਗਾ, ਕਾਲ ਨਾ ਟਲੈ ਸਿਰਾਹੋ, ਕਾਲ ਜਿਹੜਾ ਸਿਰ ਤੋਂ ਕਦੇ ਟਲ ਨਹੀਂ ਸਕਦਾ। ਹਾਂ, ਕਈ ਵਾਰੀ ਸਮਾਂ ਨਾ ਆਵੇ, ਬੰਦਾ ਬਚ ਕੇ ਨਿਕਲ ਜਾਂਦਾ। ਆਪਾਂ ਕਹਿ ਦਿੰਦੇ ਹਾਂ ਜੀ ਨਹੀਂ ਜੀ, ਬੰਦਾ ਜਿਹੜਾ ਸੀ ਮਾਰੀ ਗਿਆ ਸੀ, ਲੇਕਿਨ ਬਾਲ ਬਚ ਗਿਆ, ਬਸ ਭਾਈ ਉਹਦਾ ਕਾਲ ਨਹੀਂ ਆਇਆ। ਲੇਕਿਨ ਜਦੋਂ ਕਾਲ ਆ ਜਾਵੇ ਤੇ ਆਪਾਂ ਹੈਰਾਨ ਹੋ ਜਾਂਦੇ ਕਿ ਭਾਈ ਬੰਦਾ ਤਾਂ ਬਹੁਤ ਵਧੀਆ ਸੀ, ਇੱਕਦਮ ਜਾਲ ਦੇ ਵਿੱਚ ਫਸ ਗਿਆ, ਕਾਲ ਦੇ ਅੜਿੱਕੇ ਦੇ ਵਿੱਚ ਆ ਗਿਆ ਤੇ ਬੰਦਾ ਹਲਾਕ ਹੋ ਗਿਆ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਕਿ ਦਿਨ ਵੀ ਜਿਹੜਾ ਹੈ ਰੱਬ ਨੇ ਕਾਲ ਦਾ ਜਾਲ ਪਾਇਆ ਹੋਇਆ, ਰਾਤ ਨੂੰ ਵੀ ਜਿੰਨੀਆਂ ਵੀ ਘੜੀਆਂ ਆਪਾਂ ਬਤੀਤ ਕਰਦੇ ਆ, ਇਹ ਕਾਲ ਦੇ ਆਪਾਂ ਨੇ ਬਚਣਾ ਨਹੀਂ ਹੈ। ਹਰ ਜੀਵ ਨੇ ਕਾਲ ਦੇ ਜਾਲ ਦੇ ਵਿੱਚ ਫਸ ਜਾਣਾ ਹੈ। ਰਸ ਰਸ ਚੁਗ ਚੁਗਹਿ ਨਿਤ ਫਾਸ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਪੰਛੀ ਆਉਂਦੇ ਹਨ, ਪੰਛੀ ਕੀ ਕਰਦੇ ਕਿ ਭਾਈ ਉਹ ਚੋਗਾ ਦੇਖ ਕਰਕੇ, ਭਿੱਤਾ ਵੇਖ ਕਰਕੇ ਉਹਦੇ ਉੱਤੇ ਆ ਕਰਕੇ ਬਹਿ ਜਾਂਦੇ, ਉਹਨੂੰ ਛਕਦੇ ਹਨ, ਬੜਾ ਰਸ ਲੈ ਕਰਕੇ ਉਹਨੂੰ ਚੁਗਦੇ, ਲੇਕਿਨ ਚੁਗਦਿਆਂ ਉਹ ਜਾਲ ਦੇ ਵਿੱਚ ਫਸ ਜਾਂਦੇ ਹਨ। ਛੂਟਸ ਮੂੜੇ ਕਵਣ ਗੁਣੀ। ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਇਹ ਤਾਂ ਬਾਹਰੀ ਅਰਥ ਹਨ, ਇਹਦਾ ਦਾ ਦ੍ਰਿਸ਼ਟਾਂਤ, ਇਹਦੇ ਅੰਤਰੀਵ ਅਰਥ ਇਹ ਹਨ। ਇਸ ਤਰ੍ਹਾਂ ਹੀ ਪਿਆਰਿਓ, ਪਤਾ ਨਹੀਂ ਆਪਾਂ ਕੀ ਕੁਛ ਦਿਨ ਦੇ ਵਿੱਚ ਛਕ ਲੈਂਦੇ ਆ, ਕੀ ਕਰ ਜਾਂਦੇ ਹਾਂ। ਚੋਗਾ ਤਾਂ ਬੜਾ ਆਪਾਂ ਚੁਗਦੇ ਹਾਂ, ਲੇਕਿਨ ਸਾਨੂੰ ਪਤਾ ਨਹੀਂ ਹੈ ਕਿ ਉੱਤੋਂ ਜਿਹੜਾ ਚੋਗਾ ਨਜ਼ਰ ਆ ਰਿਹਾ, ਅੰਦਰੋਂ ਇਹਦੇ ਪਿੱਛੇ ਕਾਲ ਦਾ ਜਾਲ ਪਿਆ ਹੋਇਆ ਹੈ। ਲੇਕਿਨ ਜਦੋਂ ਕਾਲ ਦੇ ਜਾਲ ਦੇ ਵਿੱਚ ਆਪਾਂ ਫਸ ਜਾਂਦੇ ਹਾਂ, ਬੰਦਾ ਛੁੱਟ ਨਹੀਂ ਸਕਦਾ। ਫਿਰ ਸਤਿਗੁਰੂ ਮਹਾਰਾਜ ਜੀ ਪਿਆਰਿਓ ਆਪਣੇ ਵੱਲੋਂ ਪ੍ਰਸ਼ਨ ਜਿਹੜਾ ਖੜਾ ਕਰਦੇ ਹਨ ਕਿ ਇਸ ਕਾਲ ਦੇ ਜਾਲ ਦੇ ਵਿੱਚੋਂ ਆਪਾਂ ਕਿਸ ਤਰ੍ਹਾਂ ਛੁੱਟ ਸਕਦੇ ਹਾਂ। ਮਹਾਰਾਜ ਤੁਸੀਂ ਆਪ ਕਿਰਪਾ ਕਰਨਾ ਕਰੋ। ਕਈ ਵਾਰੀ ਕੀ ਹੁੰਦਾ ਪਿਆਰਿਓ ਕਿ ਆਪਾਂ ਵੇਖਦੇ ਹਾਂ ਸਕੂਲਾਂ ਦੇ ਵਿੱਚ ਮਾਸਟਰ ਕੀ ਕਰਦਾ, ਆਪ ਪਿਆਰਿਓ ਕੋਈ ਸਵਾਲ ਜਿਹੜਾ ਹੈ ਆਪ ਪਾਠ ਪੜਾਉਂਦਾ ਬੱਚਿਆਂ ਨੂੰ ਪਾਠ ਪੜਾ ਕਰਕੇ ਆਪ ਉਹਦੇ ਵਿੱਚੋਂ ਇੱਕ ਪ੍ਰਸ਼ਨ ਜਿਹੜਾ ਹੈ ਮਾਸਟਰ ਖੜਾ ਕਰਦਾ, ਤੇ ਫਿਰ ਉਹਨੂੰ ਪਤਾ ਹੁੰਦਾ ਕਿ ਭਾਈ ਬੱਚਿਆਂ ਨੂੰ ਇਹਦਾ ਜਵਾਬ ਨਹੀਂ ਆਉਣਾ। ਆਪ ਪ੍ਰਸ਼ਨ ਖੜਾ ਕਰਦਾ ਤੇ ਆਪ ਉਹਦਾ ਹੱਲ ਕੱਢਦਾ, ਆਪ ਉਹਦਾ ਜਵਾਬ ਦਿੰਦਾ, ਕਹਿੰਦਾ ਇੰਜ ਨਹੀਂ ਭਾਈ, ਇਹਦਾ ਜਵਾਬ ਇਹ ਹੈ। ਇੰਜ ਸਤਿਗੁਰੂ ਮਹਾਰਾਜ ਜੀ ਨੇ ਆਪ ਇਹ ਪ੍ਰਸ਼ਨ ਕਰਨਾ ਕੀਤਾ, ਕਿਹਾ ਕਿ ਭਾਈ ਕਾਲ ਤੋਂ ਬੰਦਾ ਕਿਸ ਤਰ੍ਹਾਂ ਟਲ ਸਕਦਾ, ਬਚ ਸਕਦਾ। ਹੁਣ ਅਗਲੀਆਂ ਪੌੜੀਆਂ ਦੇ ਵਿੱਚ ਮਹਾਰਾਜ ਜੀ ਆਪ ਇਹਦਾ ਜਵਾਬ ਦਿੰਦੇ ਹਨ। ਕਾਇਆ ਆਰਣ ਮਨ ਵਿੱਚ ਲੋਹਾ। ਹੁਣ ਅਗਲੇ ਇਹਨਾਂ ਬੰਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਲੁਹਾਰੀ ਦਾ ਕੰਮ ਕਰਦੇ ਹਨ, ਐਰਨ ਦਾ ਕੰਮ ਕਰਦੇ ਹਨ, ਉਹਨਾਂ ਦਾ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਜਿਹੜਾ ਹੈ ਵਰਤਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰਦੇ ਕਿ ਕਾਇਆ ਜਿਹੜਾ ਹੈ, ਇਹ ਸਰੀਰ ਜਿਹੜਾ ਇਹ ਆਰਣ ਹੈ, ਇਹ ਪੱਠਾ ਹੈ, ਤੇ ਇਹਦੇ ਵਿੱਚ ਮਨ ਜਿਹੜਾ ਹੈ ਇਹ ਲੋਹੇ ਦੇ ਵੱਤ। ਜਿਸ ਤਰ੍ਹਾਂ ਲੁਹਾਰ ਜਿਹੜਾ ਹੈ ਭੱਠੇ ਦੇ ਵਿੱਚ ਪਿਆਰਿਓ ਸਖਤ ਤੋਂ ਸਖਤ ਲੋਹਾ ਜਿਹੜਾ ਹੈ ਉਹਦੇ ਵਿੱਚ ਪਾ ਕਰਕੇ, ਉਹਦੇ ਵਿੱਚ ਢਾਲ ਕਰਕੇ ਉਹਨੂੰ ਪਿਘਾਲ ਦਿੰਦਾ ਹੈ, ਤਾਹ ਦੇ ਕਰਕੇ ਉਹਨੂੰ ਮੋੜ ਕਰਕੇ ਰੱਖ ਦਿੰਦਾ। ਪੰਚ ਅਗਨ ਤਿਤ ਲਾਗ ਰਹੀ। ਤੇ ਫਿਰ ਲੋਹਾਰ ਕੀ ਕਰਦਾ, ਅਗਨੀ ਪਾਉਂਦਾ ਹੈ। ਜਿਸ ਤਰ੍ਹਾਂ ਅੱਗ ਤਪਾਉਂਦਾ ਹੈ, ਅੱਗ ਪਾ ਕਰਕੇ ਤਪਾਉਂਦਾ ਤੇ ਅੱਗ ਦੇ ਤਪਸ਼ ਕਰਕੇ ਲੋਹਾ ਜਿਹੜਾ ਗਲ ਜਾਂਦਾ ਹੈ। ਇਸ ਤਰ੍ਹਾਂ ਹੀ ਸਾਡੀ ਕਾਇਆ ਜਿਹੜੀ ਹੈ, ਸਰੀਰ ਜਿਹੜਾ ਹੈ ਇਹ ਭੱਠੇ ਦੇ ਵੱਤ ਹੈ ਤੇ ਮਨ ਇਹਦੇ ਵਿੱਚ ਲੋਹਾ ਹੈ।
ਤੇ ਅੱਗ ਕੀ ਹੈ? ਇਹ ਪੰਜ ਜਿਹੜੇ ਵਿਸ਼ੇ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਅੱਗਾਂ ਹਨ। ਆਪਾਂ ਵੇਖਦੇ ਹਾਂ ਪਿਆਰਿਓ, ਬਾਹਰ ਜਿਹੜਾ ਹੈ ਲੁਹਾਰ ਬਾਹਰੀ ਤੌਰ ਤੇ ਇੱਕ ਅੱਗ ਦੇ ਸੇਕ ਦੇ ਨਾਲ, ਤਾ ਦੇ ਨਾਲ ਉਹ ਲੋਹੇ ਨੂੰ ਪਿਘਾਲ ਕਰਕੇ ਰੱਖ ਦਿੰਦਾ। ਲੇਕਿਨ ਤੁਸੀਂ ਆਪ ਅਨੁਮਾਨ ਲਾਉਣਾ ਕਰੋ, ਜਿੱਥੇ ਪੰਜ ਅਗਨੀਆਂ ਜਿਹੜੀਆਂ ਹਨ ਤੇ ਪਵੈ ਦੱਜੈ ਨਾਨਕਾ ਕਰਮੀ ਛੁਟੀਐ ਲਾਗਾ, ਤੇ ਪੰਜ ਅੱਗਾਂ ਜਿਹੜੀਆਂ ਹਨ ਜਿੱਥੇ ਮੱਚਦੀਆਂ ਹਨ, ਭਾਂਬੜ ਮਚਾਉਂਦੀਆਂ ਹਨ, ਉਥੇ ਪਤਾ ਨਹੀਂ ਕਿੰਨਾ ਕੋ ਜ਼ਿਆਦਾ ਤਪਸ਼ ਹੁੰਦਾ। ਕੋਇਲੇ ਪਾਪ ਪੜੇ ਤਿਸ ਉਪਰ, ਜਦੋਂ ਪਿਆਰਿਓ ਅੱਗ ਜਿਹੜੀ ਹੈ ਮੱਠੀ ਪੈ ਜਾਂਦੀ ਹੈ, ਠੰਡੀ ਹੋ ਜਾਂਦੀ ਹੈ। ਕਈ ਵਾਰੀ ਆਪਨੇ ਵੇਖਿਆ ਹੋਵੇਗਾ ਲੁਹਾਰ ਵੀਰ ਕੀ ਕਰਦੇ ਹਨ, ਜਦੋਂ ਅੱਗ ਥੋੜੀ ਹੈ ਮੱਠੀ ਪੈ ਜਾਵੇ, ਉਹਦਾ ਸੇਖ ਜਿਹੜਾ ਮੱਧਮ ਪੈ ਜਾਵੇ, ਉਹ ਕੋਇਲੇ ਜਿਹੜੇ ਹਨ ਕੋਲਿਆਂ ਨੂੰ ਉਹਦੇ ਉੱਤੇ ਪਾ ਕਰਕੇ ਔਰ ਜਿਹੜਾ ਹੈ ਉਹਨੂੰ ਸੇਕ ਦਿੰਦਾ, ਹਵਾ ਦੇ ਨਾਲ ਫੂਕਦਾ। ਉਹ ਕੋਇਲੇ ਫਿਰ ਜਿਹੜੇ ਹਨ ਤਪ ਜਾਂਦੇ ਹਨ, ਉਹਦੀ ਭੱਠੇ ਦੀ ਤਪਸ਼ ਜਿਹੜੀ ਹੈ ਔਰ ਦੂਣ ਸਵਾਈ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਇਹ ਪੰਜ ਅਗਨ ਜਿਹੜੇ ਹਨ, ਇਹਦੇ ਵਿੱਚ ਪਾਪ ਕੋਇਲੇ ਕਿਹੜੇ ਪੈਂਦੇ? ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਆਪਾਂ ਪਾਪ ਕਰਮ ਕਰਦੇ ਹਾਂ, ਗਲਤ ਕੰਮ ਕਰਦੇ ਹਾਂ, ਅੱਗ ਦੇ ਉੱਤੇ ਮੱਚਦੀ ਹੋਈ ਅੱਗ ਦੇ ਉੱਤੇ ਤੇਜ ਔਰ ਜ਼ਿਆਦਾ ਵੱਧ ਜਾਂਦਾ ਹੈ। ਇਸ ਤਰ੍ਹਾਂ ਹੀ ਜੀਵ ਜਿੰਨੇ ਪਾਪ ਕਰੀ ਜਾਂਦਾ, ਇਹ ਪਾਪਾਂ ਰੂਪੀ ਕੋਇਲੇ ਇਸ ਵਿਕਾਰਾਂ ਰੂਪੀ ਅੱਗ ਦੇ ਵਿੱਚ ਪਾਈ ਜਾਓ। ਇਹ ਵਿਕਾਰਾਂ ਨੇ ਸੜਨਾ ਨਹੀਂ ਹੈ, ਬੁਝਣਾ ਨਹੀਂ ਹੈ, ਸਗੋਂ ਇਹਦੇ ਵਿੱਚੋਂ ਅਗਨੀ ਜਿਹੜੀ ਹੈ ਔਰ ਪ੍ਰਜਵਲਿਤ ਹੋ ਜਾਵੇਗੀ। ਮਨ ਜਲਿਆ ਸੰਨੀ ਚਿੰਤ ਭਈ, ਮਨ ਜਿਹੜਾ ਹੈ ਇੱਕਦਮ ਸੜ ਜਾਂਦਾ ਹੈ, ਜਲ ਜਾਂਦਾ ਇਹਦੇ ਵਿੱਚ। ਮਨ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਹਰ ਕਿਸੇ ਦਾ ਤਕਰੀਬਨ ਮਨ ਜਿਹੜਾ ਸੜਿਆ ਹੀ ਹੁੰਦਾ। ਸਾਡਾ ਵੀ ਹਰ ਕਿਸੇ ਦਾ ਮਨ ਦੇ ਵਿੱਚ ਤਾਂ ਅੱਗ ਲੱਗੀ ਹੋਈ ਹੈ। ਕਦੇ ਕਾਮ ਦੀ ਅੱਗ ਲੱਗ ਜਾਂਦੀ ਹੈ, ਕਦੇ ਕ੍ਰੋਧ ਦੀ ਅੱਗ ਲੱਗ ਜਾਂਦੀ ਹੈ, ਕਦੇ ਤ੍ਰਿਸ਼ਨਾ ਦੀ, ਕਦੇ ਵਾਸ਼ਨਾ ਦੀ, ਅਹੰਕਾਰ ਦੀ ਅੱਗ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਅੱਗਾਂ ਦੇ ਵਿੱਚ ਮਨ ਜਿਹੜਾ ਹੈ ਸੜ ਜਾਂਦਾ। ਤੇ ਕਈ ਇੱਕ ਵਾਰੀ ਆਪਨੇ ਵੇਖਿਆ ਹੋਵੇਗਾ ਕਿ ਜਿਹੜੇ ਲੁਹਾਰ ਹੁੰਦੇ ਹਨ, ਜਦੋਂ ਪਿਆਰਿਓ ਤਪਸ਼ ਜਦੋਂ ਲੋਹੇ ਨੂੰ ਦਿੰਦੇ, ਉਹਨਾਂ ਦੇ ਕੋਲ ਇੱਕ ਸੰਨੀ ਹੁੰਦੀ ਹੈ ਜਿਹਨੂੰ ਆਪਾਂ ਸਣਸਾ ਬੋਲਦੇ ਆ। ਉਹ ਫਿਰ ਜਿੱਥੇ ਕੋਈ ਚੰਗਾ ਸੇਕ ਨਾ ਲੱਗਿਆ ਹੋਵੇ, ਜਿੱਥੇ ਕੋਈ ਵਾਧੂ ਸੇਕ ਦੇਣਾ ਹੋਵੇ, ਉਹ ਫਿਰ ਸੰਨੀ ਅੰਦਰ ਪਾ ਕਰਕੇ ਲੋਹੇ ਨੂੰ ਫੜ ਕਰਕੇ ਉਹਨੂੰ ਪਲਟਾ ਦਿੰਦਾ। ਪਲਟਾ ਕਰਕੇ ਔਰ ਅੱਗ ਨੂੰ ਜਿਹੜਾ ਉਹ ਪ੍ਰਜਵਲਿਤ ਕਰਦਾ। ਉਹਦੇ ਨਾਲ ਉਹ ਜਿਹੜਾ ਬੁਝਿਆ ਹੋਇਆ ਹਿੱਸਾ ਜਿਹੜਾ ਹੈ ਮੱਧਮ ਪਿਆ ਹੋਇਆ, ਉਹ ਵੀ ਭਖ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਮਨ ਜਲਿਆ ਸੰਨੀ ਚਿੰਤ ਭਾਈ, ਜਿਹੜਾ ਸਾਡਾ ਚਿੰਤ ਇਹ ਸੰਨੀ ਦਾ ਕੰਮ ਕਰਦਾ। ਬਾਰ-ਬਾਰ ਉਹਨਾਂ ਬਚਨਾਂ ਨੂੰ ਚੇਤੇ ਕਰਨਾ। ਕਈ ਵਾਰੀ ਪਿਆਰਿਓ ਕੁਛ ਰਹਿ ਵੀ ਜਾਵੇ, ਕੁਛ ਘਟਨਾ ਹੋ ਕੇ ਬਤੀਤ ਵੀ ਹੋ ਜਾਵੇ, ਤੇ ਚਿੱਤ ਜਿਹੜਾ ਹੈ ਉਹ ਫਿਰ ਛੱਡਦਾ ਨਹੀਂ ਹੈ। ਆਪਾਂ ਕਈ ਵਾਰੀ ਕੋਈ ਚੀਜ਼ ਨੂੰ ਭੁਲਾਉਣ ਦਾ ਯਤਨ ਕਰਦੇ ਆ ਕਿ ਚਲੋ ਜੀ ਭੁੱਲ ਜਾਈਏ, ਲੇਕਿਨ ਚਿੱਤ ਪਿਆਰਿਓ ਭੁੱਲਣ ਨਹੀਂ ਦਿੰਦਾ। ਤੇ ਕੋਈ ਅੱਗ ਜਦੋਂ ਸ਼ਾਂਤ ਵੀ ਹੋ ਜਾਵੇ, ਚਿੱਤ ਬਾਰ-ਬਾਰ ਉਹ ਗੱਲ ਨੂੰ ਰੱਟ ਲਾਉਂਦਾ ਹੈ, ਉਹਨੂੰ ਦੁਹਰਾਉਂਦਾ ਹੈ, ਉਸ ਪਾਸੇ ਲੈ ਕੇ ਜਾਂਦਾ ਹੈ। ਫਿਰ ਸਾਡੇ ਮਨ ਦੇ ਵਿੱਚ ਉਹ ਗੱਲ ਜਦੋਂ ਯਾਦ ਆਉਂਦੀ ਹੈ, ਫਿਰ ਮਨ ਦੇ ਵਿੱਚ ਭਾਂਬੜ ਮੱਚਦੀ ਹੈ। ਇਸ ਤਰ੍ਹਾਂ ਚਿੱਤ ਜਿਹੜਾ ਸੰਨੀ ਦਾ ਕੰਮ ਕਰਦਾ। ਕਈ ਵਾਰੀ ਅੱਗ ਸ਼ਾਂਤ ਵੀ ਹੋ ਜਾਵੇ, ਕੋਈ ਹਿੱਸਾ ਸਾਡੇ ਮਨ ਦਾ ਬਚ ਵੀ ਜਾਵੇ, ਲੇਕਿਨ ਚਿੱਤ ਉਹਨੂੰ ਬਚਣ ਨਹੀਂ ਦਿੰਦਾ। ਉਹਨੂੰ ਫਿਰ ਉਹਨੂੰ ਔਰ ਜ਼ਿਆਦਾ ਤਾ ਦੇ ਕਰਕੇ ਔਰ ਉਹਨੂੰ ਸਾੜਦਾ। ਭਇਆ ਮਨੂਰ ਕੰਚਨ ਫਿਰ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਖੀਰ ਦੀਆਂ ਪੰਕਤੀਆਂ ਦੇ ਵਿੱਚ ਦੱਸਦੇ ਹਨ। ਇਹ ਤਾਂ ਪਿਆਰਿਓ ਇਹ ਇੱਥੋਂ ਤੱਕ ਸ਼ਬਦ ਸੁਣ ਕਰਕੇ ਆਪਾਂ ਵੀ ਇਹ ਅਨੁਮਾਨ ਲਾ ਲੈਂਦੇ ਆ ਕਿ ਭਾਈ ਇੱਥੋਂ ਆਪਾਂ ਬਚ ਨਹੀਂ ਸਕਦੇ ਆ। ਪਾਪ ਤਾਂ ਬੰਦਾ ਕਰਦਾ ਹੀ ਰਹਿੰਦਾ ਹੈ, ਜਾਲ ਦੇ ਵਿੱਚ ਤਾਂ ਆਪਾਂ ਨੇ ਵੀ ਫਸ ਜਾਣਾ। ਮਹਾਰਾਜ ਜੀ ਨੇ ਕਹਿ ਦਿੱਤਾ ਹਰ ਕਿਸੇ ਬੰਦੇ ਦਾ ਮਨ ਜਿਹੜਾ ਹੈ, ਮਨ ਵਿੱਚ ਲੋਹਾ ਤੇ ਕਾਇਆ ਆਰਣ ਬਣ ਗਈ ਹੈ, ਭੱਠਾ ਬਣ ਗਿਆ, ਹਰੇਕ ਦਾ ਮਨ ਤਪ ਰਿਹਾ। ਕੀ ਸਤਿਗੁਰੂ ਮਹਾਰਾਜ ਇਹਦੇ ਤੋਂ ਕੋਈ ਬਚ ਸਕਦਾ ਹੈ? ਇਹਦੇ ਤੋਂ ਬਚਣ ਦਾ ਕੋਈ ਉਪਰਾਲਾ ਵੀ ਆਪ ਜੀ ਦੱਸਣਾ ਕਰੋ। ਤੇ ਹੁਣ ਅਖੀਰ ਦੀਆਂ ਪੰਕਤੀਆਂ ਦੇ ਵਿੱਚ, ਕਿਉਂਕਿ ਪਿਆਰਿਓ ਜਿੰਨੇ ਵੀ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਆਪਾਂ ਪਾਵਨ ਬਾਣੀ ਦੇ ਸ਼ਬਦ ਪੜ੍ਹਦੇ ਹਾਂ, ਕੋਈ ਵੀ ਸ਼ਬਦ ਜਿਹੜਾ ਸਤਿਗੁਰੂ ਮਹਾਰਾਜ ਕਈ ਸ਼ਬਦ ਦੇ ਵਿੱਚ ਜੀਵ ਨੂੰ ਤਾੜਨਾ ਕਰਦੇ ਹਨ।
ਲੇਕਿਨ ਜੀਵ ਦੇ ਮੰਦ ਕਰਮ ਦੱਸਦੇ ਹਨ ਕਿ ਭਾਈ ਕਿ ਇੰਜ ਹੈ, ਬੰਦੇ ਨੇ ਮਰ ਜਾਣਾ, ਇਹ ਹੋਣਾ, ਤੇ ਹਕੀਕਤ ਮਹਾਰਾਜ ਬਿਆਨ ਕਰਦੇ। ਲੇਕਿਨ ਫਿਰ ਪਿਆਰਿਓ ਪੂਰਾ ਸ਼ਬਦ ਜਿਹੜਾ ਹੈ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਉਹ ਨਿਗੇਟਿਵਿਟੀ ਦੇ ਵਿੱਚ ਲੈ ਕੇ ਜਾਂਦਾ, ਲੇਕਿਨ ਫਿਰ ਅਖੀਰ ਦੇ ਵਿੱਚ ਸਤਿਗੁਰੂ ਮਹਾਰਾਜ ਫਿਰ ਸਕਾਰਾਤਮਕ ਗੱਲ ਵੀ ਦੱਸ ਦਿੰਦੇ। ਕਿਉਂਕਿ ਸਿੱਧਾ ਪਿਆਰਿਓ ਨਕਾਰਾਤਮਕ ਗੱਲ ਕਰਦੇ ਕਰਦੇ ਬੰਦੇ ਜਿਹੜੇ ਹਨ ਨਕਾਰਾਤਮਕ ਹੋ ਜਾਂਦੇ ਹਨ। ਜੇ ਇੱਥੋਂ ਤੱਕ ਹੀ ਆਪਾਂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨਾ ਕਰੀਏ ਤੇ ਫਿਰ ਸਾਨੂੰ ਵੀ ਲੱਗੇਗਾ ਕਿ ਮਹਾਰਾਜ ਨੇ ਕਹਿ ਦਿੱਤਾ ਜੀ ਤੇ ਕਾਇਆ ਜਿਹੜਾ ਆਰਣ ਹੈ, ਮਨ ਲੋਹਾ ਹੈ, ਇਹਦੇ ਵਿੱਚ ਤਾਂ ਅੱਗ ਲੱਗੀ ਹੋਈ ਹੈ, ਇਹ ਅੱਗ ਨੇ ਕਦੇ ਬੁਝਣਾ ਨਹੀਂ ਹੈ। ਜਾਲ ਦੇ ਵਿੱਚ ਤਾਂ ਕਦੇ ਨਾ ਕਦੇ ਅਸਾਂ ਨੇ ਫਾਸੀ ਜਾਣਾ ਹੈ, ਤੇ ਕਾਇਆ ਕਾਗਜ਼ ਬਣ ਗਈ ਹੈ, ਇਹਦੇ ਵਿੱਚ ਤਾਂ ਆਪਾਂ ਨੇ ਬੁਰਾ ਭਲਾ ਇਹਦੇ ਵਿੱਚ ਲੇਖ ਤਾਂ ਲਿਖਣਾ ਹੀ ਹੈ। ਹੁਣ ਇਹ ਤੋਂ ਆਪਾਂ ਬਚ ਕਿਸ ਤਰ੍ਹਾਂ ਸਕਦੇ ਹਾਂ, ਇਹਦੇ ਵਿੱਚੋਂ ਬਾਹਰ ਕਿਸ ਤਰ੍ਹਾਂ ਨਿਕਲ ਸਕਦੇ ਹਾਂ? ਅਖੀਰਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਰਾਹ ਦੱਸਣਾ ਕੀਤਾ, ਸਾਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ। ਆਪਨੇ ਵੇਖਿਆ ਹੋਵੇਗਾ ਲੋਹਾ ਜਿਹੜਾ ਹੈ, ਲੋਹਾ ਪਿਆਰਿਓ ਬਹੁਤ ਸਮਾਂ ਜਦੋਂ, ਕਿਉਂਕਿ ਹਰ ਚੀਜ਼ ਦੀ ਬੁਨਿਆਦ ਹੁੰਦੀ ਹੈ, ਧਾਤੂਆਂ ਵੀ ਜਿਹੜੀਆਂ ਹਨ ਉਹਨਾਂ ਦੀ ਵੀ ਇੱਕ ਬੁਨਿਆਦ ਹੁੰਦੀ ਹੈ। ਉਸ ਤੋਂ ਬਾਅਦ ਉਹ ਧਾਤ ਜਿਹੜੀ ਹੈ ਪਿਘਲਣਾ ਸ਼ੁਰੂ ਹੋ ਜਾਂਦੀ ਹੈ, ਗੜਨਾ ਸ਼ੁਰੂ ਹੋ ਜਾਂਦੀ ਹੈ। ਲੋਹੇ ਦੀ ਵੀ ਪਿਆਰਿਓ ਇੱਕ ਬੁਨਿਆਦ ਹੁੰਦੀ ਹੈ, ਇੱਕ ਸਮਾਂ ਹੁੰਦਾ। ਉਹ ਸਮੇਂ ਤੋਂ ਬਾਅਦ ਲੋਹਾ ਜਿਹੜਾ ਗਲਣਾ ਸ਼ੁਰੂ ਹੋ ਜਾਂਦਾ, ਉਹਨੂੰ ਜੰਗਾਲ ਲੱਗ ਜਾਂਦਾ, ਫਿਰ ਉਹਦੀਆਂ ਖਿਪਲੀਆਂ ਬਣ ਕਰਕੇ, ਉਹਦੀਆਂ ਪਰਤਾਂ ਬਣ ਕਰਕੇ ਗਿਰ ਜਾਂਦੀਆਂ, ਉਹਨੂੰ ਮਨੂਰ ਕਹਿੰਦੇ ਹਨ। ਉਹ ਮਨੂਰ ਪਿਆਰਿਓ ਸੜਿਆ, ਉਹਨੂੰ ਸੜਿਆ ਹੋਇਆ ਲੋਹਾ ਵੀ ਤੁਸੀਂ ਕਹਿ ਲਿਓ। ਸੜਿਆ ਹੋਇਆ ਲੋਹਾ ਜਿਹੜਾ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ, ਜੇ ਗੁਰ ਮਿਲੇ ਤਿਨੇਹਾ। ਲੇਕਿਨ ਪਿਆਰਿਓ ਜੇ ਪੂਰਾ ਗੁਰੂ ਪਾਰਸਵਤ ਗੁਰੂ ਪ੍ਰਾਪਤ ਹੋ ਜਾਵੇ ਤੇ ਫਿਰ ਉਹ ਮਨੂਰ ਜਿਹੜਾ ਹੈ, ਕਿਉਂਕਿ ਪਾਰਸ ਇਹੋ ਜਿਹੀ ਧਾਤ ਹੁੰਦੀ ਹੈ, ਇਹੋ ਜਿਹਾ ਧਾਤੂ ਹੁੰਦੀ ਹੈ, ਉਹਦੇ ਨਾਲ ਮਨੂਰ ਦਾ ਵੀ ਸਪਰਸ਼ ਹੋ ਜਾਵੇ, ਉਹ ਮਨੂਰ ਨਹੀਂ ਰਹਿੰਦਾ, ਉਹ ਕੰਚਨ ਸਿਉ, ਉਹ ਫਿਰ ਕੰਚਨ ਬਣ ਜਾਂਦਾ, ਸੋਨਾ ਉਹ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਅਸੀਂ ਤਾਂ ਲੋਹੇ ਵੱਤ ਹਾਂ ਸਤਿਗੁਰੂ ਮਹਾਰਾਜ, ਆਪ ਜੀ ਪਾਰਸ ਵਰਗੇ ਹੋ, ਲੇਕਿਨ ਜਦੋਂ ਆਪ ਜੀ ਦਾ ਸੰਗ ਕਰਨਾ ਕੀਤਾ ਤੇ ਫਿਰ ਅਸੀਂ ਲੋਹੇ ਤੋਂ ਕੰਚਨ ਬਣ ਗਏ ਹਾਂ, ਸੋਨਾ ਬਣ ਗਏ ਹਾਂ। ਏਕ ਨਾਮ ਅੰਮ੍ਰਿਤ ਉਹ ਦੇਵੈ। ਗੁਰੂ ਕੀ ਕਰਦਾ ਹੈ ਤੇ ਫਿਰ ਜਿਹੜਾ ਵੀ ਜਿਗਿਆਸੂ ਗੁਰੂ ਦੇ ਕੋਲ ਆ ਜਾਵੇ ਤੇ ਗੁਰੂ ਅੰਮ੍ਰਿਤ ਨਾਮ ਜਿਹੜਾ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਮਹਾਰਾਜ ਨਾਮ ਦੀ ਦਾਤ ਦਿੰਦੇ ਹਨ, ਕਹਿੰਦੇ ਕਿ ਭਾਈ ਜਪਣਾ ਕਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਅੰਮ੍ਰਿਤ ਨਾਮ ਜਿਹੜਾ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ ਦੇ ਦਿੰਦੇ, ਤੋ ਨਾਨਕ ਤ੍ਰਿਸ਼ਟਸ ਦੇਹਾ। ਤਾਂ ਪਿਆਰਿਓ ਆ ਦੇਹੀ ਜਿਹੜੀ ਹੈ ਟਿਕ ਜਾਂਦੀ ਹੈ, ਰੱਜ ਜਾਂਦੀ ਹੈ, ਇਹ ਫਿਰ ਪੱਠਾ ਨਹੀਂ ਰਹਿ ਜਾਂਦੀ ਹੈ, ਇਹ ਕਾਇਆ ਕਾਗਜ਼ ਨਹੀਂ ਰਹਿ ਜਾਂਦੀ ਹੈ। ਫਿਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਇਹ ਪ੍ਰਮਾਤਮਾ ਦਾ ਮੰਦਰ ਬਣ ਜਾਂਦਾ ਹੈ। ਹਰ ਜੂ ਹਰ ਮੰਦਰ ਆਵਹਿੰਗੇ, ਪਾਪ ਬਿਨਾਸਨ ਪਾਪ ਸਮੂਹ ਬਿਨਾਸਨ ਕਉ ਕਲ ਕੀ ਅਵਤਾਰ ਕਹਾਵਹਿੰਗੇ। ਤੁਰ ਕੱਛ ਤੁਰੰਗ ਸਪੱਛ ਬੜੋ ਕਲ ਕਾੜ ਕਿਰਪਾਨ ਕਪਾਵਹਿੰਗੇ। ਨਿਕਸੇ ਜਿਮ ਕੇ ਹਰ ਪਰਬਤ ਤੇ ਤਸ ਸੋਭ ਦਿਵਾਲਹਿ ਪਾਵਹਿੰਗੇ। ਪਲ ਪਹਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ। ਉਹ ਹਰੀ ਕਾ ਮੰਦਰ ਬਣ ਜਾਂਦਾ ਹੈ। ਹਰ ਮੰਦਰ ਇਹ ਉਹ ਸਰੀਰ ਹੈ ਜਿੱਥੋਂ ਹਰ ਜਾਤਾ। ਫਿਰ ਉਹ ਸਰੀਰ ਨਹੀਂ ਰਹਿ ਜਾਂਦਾ, ਉਹ ਸਰੀਰ ਫਿਰ ਪਿਆਰਿਓ ਪਾਵਨ ਹੋ ਜਾਂਦਾ। ਜਿਨ੍ਹਾਂ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ, ਪਰਮਾਤਮਾ ਦੀ ਜੋਤ ਟਿਕ ਜਾਵੇ, ਉਹ ਸਰੀਰ ਫਿਰ ਹਰ ਮੰਦਰ ਬਣ ਜਾਂਦਾ ਹੈ। ਕਿਉਂਕਿ ਹਰੀ ਕਾ ਮੰਦਰ, ਜਿਸ ਤਰ੍ਹਾਂ ਰੱਬ ਦੇ ਮੰਦਰ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਸਾਨੂੰ ਰੱਬ ਦੇ ਦਰਸ਼ਨ ਹੋ ਜਾਂਦੇ ਹਨ, ਇਸ ਤਰ੍ਹਾਂ ਹੀ ਪਿਆਰਿਓ ਜਿਨ੍ਹਾਂ ਦਾ ਸਰੀਰ ਹੀ ਜਿਹੜਾ ਹਰ ਮੰਦਰ ਬਣ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਆ ਕਰਕੇ ਵਸ ਗਿਆ, ਉਹ ਤਾਂ ਜੀਤੇ ਜੀਂਦੇ ਜਾਗਦੇ ਗੁਰਦੁਆਰੇ ਹਨ।
ਉਹ ਤਾਂ ਜਿਉਂਦੇ ਜਾਗਦੇ ਮੰਦਰ ਹਨ, ਮਸੀਤ ਹਨ। ਨਿਸ਼ਾਨੀ ਛੰਦ ਸੁਨ ਕੇ ਸਤਿਗੁਰ ਸ਼ਬਦ ਕੋ ਮਨ ਭਇਓ ਹੁਲਾਸਾ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਜਿਹੜਾ ਬੀਬੀ ਅਮਰੋ ਜੀ ਦੇ ਪਾਸੋਂ ਮਹਾਰਾਜ ਜੀ ਨੇ ਸਰਵਣ ਕਰਨਾ ਕੀਤਾ, ਇਹ ਸ਼ਬਦ ਸੁਣ ਕਰਕੇ ਮਨ ਬੜਾ ਹੁਲਾਸ ਵਿੱਚ ਆ ਗਿਆ। ਮੋਹਿ ਦਸ਼ਾ ਅਸ ਅਬ ਬਹੈ ਜਿਮ ਸ਼ਬਦ ਪ੍ਰਕਾਸ਼ਾ। ਹੁਣ ਮਨ ਵਿੱਚ ਸੋਚਦੇ ਹਨ ਕਿ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਜੋ 3 ਦਸ਼ਾਵਾਂ ਦੱਸਣੀਆਂ ਕੀਤੀਆਂ, ਕਾਗਦ ਦੀ ਹੈ, ਬੁਰਾ ਭਲਾ ਲੇਖ ਦੀ ਹੋਈ ਹੈ, ਤੇ ਫਿਰ ਜਾਲ ਦੀ ਮਹਾਰਾਜ ਜੀ ਨੇ ਜੋ ਦਸ਼ਾ ਦੱਸੀ ਹੈ, ਕਾਇਆ ਆਰਣ ਦੀ ਜੋ ਦਸ਼ਾ ਦੱਸੀ ਹੈ। ਹੁਣ ਮਹਾਰਾਜ ਜੀ ਵਿਚਾਰ ਕਰਦੇ ਕਿ ਭਾਈ ਇਹ ਤਾਂ ਮੇਰੀ ਦਸ਼ਾ ਹੈ। ਤਰਨ ਅਵਸਥਾ ਬਿਤ ਗਈ ਬਿਰਧਾਪਨ ਪਾਵਾ। ਤਰਨ ਅਵਸਥਾ ਜਿਹੜੀ ਹੈ ਮੇਰੀ ਤਾਂ ਬਤੀਤ ਹੋ ਗਈ ਹੈ, ਹੁਣ ਬਿਰਧ ਅਵਸਥਾ ਆ ਗਈ ਹੈ ਮੇਰੇ ਸਰੀਰ ਉੱਤੇ। ਲੋਹਾ ਹੁਤੋ ਮਨੂਰ ਭਾ ਕਿਤ ਕਾਜ ਨ ਆਵਾ। ਤੇ ਮਹਾਰਾਜ ਜੀ ਨੇ ਕਿਹਾ ਨਾ ਭਇਆ ਮਨੂਰ ਕੰਚਨ, ਫਿਰ ਆਪਣੀ ਦੇ ਵਿੱਚੋਂ ਬਾਹਰ ਨਿਕਲ ਕਰਕੇ ਆਉਂਦਾ। ਕਿੰਨਾ ਵਧੀਆ ਲੋਹਾ ਹੁੰਦਾ ਹੈ, ਲੇਕਿਨ ਉਹੀ ਲੋਹੇ ਨੂੰ ਤੁਸੀਂ ਬਾਰ-ਬਾਰ ਰੱਖਦੇ ਹੋ, ਜਦੋਂ ਮੌਸਮ ਦੀ ਮਾਰ ਉਹ ਝੱਲਦਾ, ਝੱਲ ਕੇ ਫਿਰ ਪਿਆਰਿਓ ਉਹ ਲੋਹਾ ਨਹੀਂ ਰਹਿੰਦਾ, ਉਹ ਮਨੂਰ ਬਣ ਜਾਂਦਾ। ਜਿਸ ਤਰ੍ਹਾਂ ਸਮਾਂ ਬਤੀਤ ਹੁੰਦਾ ਉਹਦੀ ਮਨਿਆਦ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਆਪਣੇ ਉੱਤੇ ਢੁਕਾ ਕਰਕੇ ਮਨ ਨੂੰ ਸੰਬੋਧਨ ਕਰਦੇ ਹਨ ਕਿ ਮਨਾ, ਜਵਾਨੀ ਦੇ ਵਿੱਚ ਤਾਂ ਮੈਂ ਐਨ ਭਰਿਆ ਲੋਹਾ ਸੀ, ਸਰੀਰ ਮੇਰਾ ਲੋਹੇ ਵੱਤ ਸੀ, ਲੇਕਿਨ ਅੱਜ ਦੇਹੀ ਜਰਜਰੀ ਬਣ ਗਈ ਹੈ, ਮੈਂ ਤਾਂ ਮਨੂਰ ਵੱਤ ਹੋ ਗਿਆ ਹਾਂ। ਲੋਹੇ ਕੋ ਪਾਰਸ ਛੁਹੈ ਕੰਚਨ ਹੋਏ ਜਾਈ। ਲੇਕਿਨ ਇਹ ਗੱਲ ਨਹੀਂ ਹੈ ਕਿ ਮਨੂਰ ਜਿਹੜਾ ਮਨੂਰ ਪਿਆਰਿਓ ਨਿਕੰਮਾ ਹੁੰਦਾ, ਕਿਸੇ ਕੰਮ ਦਾ ਨਹੀਂ ਆਉਂਦਾ। ਸੜਿਆ ਲੋਹਾ ਕਿਸੇ ਕੰਮ ਦਾ ਨਹੀਂ ਆਉਂਦਾ, ਉਹ ਤਾਂ ਫਿਰ ਪਿਆਰਿਓ ਕਈ ਵਾਰੀ ਬੜਾ ਹਾਨੀਕਾਰਕ ਹੋ ਜਾਂਦਾ ਹੈ। ਡਾਕਟਰ ਦੱਸਦੇ ਹਨ, ਵੈਦ ਦੱਸਦੇ ਕਿ ਸੜਿਆ ਲੋਹਾ ਪਿਆਰਿਓ ਉਹਦਾ ਜੇ ਜ਼ਖਮ ਹੋ ਜਾਵੇ ਉਹ ਛੇਤੀ ਕੀਤਿਆਂ ਪਿਆਰਿਓ ਰੱਜਦਾ ਨਹੀਂ ਹੈ। ਛੇਤੀ ਪਿਆਰਿਓ ਉਹ ਜ਼ਖਮ ਜਿਹੜਾ ਹੈ ਹਰਾ ਨਹੀਂ ਹੁੰਦਾ, ਬਹੁਤ ਉਹਦੇ ਵਿੱਚ ਜ਼ਹਿਰ ਚੜ ਜਾਂਦੀ ਹੈ। ਤੇ ਇਸ ਕਰਕੇ ਨਵਾਂ ਲੋਹਾ ਜਿਹੜਾ ਉਹ ਕਈ ਵਾਰੀ ਚੁੱਭ ਵੀ ਜਾਵੇ ਕੋਈ ਗੱਲ ਨਹੀਂ ਹੁੰਦੀ ਪਿਆਰਿਓ, ਲੇਕਿਨ ਮਨੂਰ ਜਿਹੜੇ ਲੱਗ ਜਾਵੇ, ਕੱਟ ਦੇਵੇ ਸਰੀਰ ਨੂੰ, ਉਹਦੇ ਨਾਲ ਬੰਦੇ ਨੂੰ ਜ਼ਹਿਰ ਚੜ ਜਾਂਦੀ ਹੈ, ਉਹ ਤਾਂ ਜ਼ਹਿਰਵਤ ਹੋ ਜਾਂਦਾ। ਮਨੂਰ ਦਾ ਕੋਈ ਕੰਮ ਨਹੀਂ ਹੁੰਦਾ, ਲੇਕਿਨ ਜਦੋਂ ਪਾਰਸ ਦਾ ਸਪਰਸ਼ ਪ੍ਰਾਪਤ ਹੋ ਜਾਵੇ ਮਨੂਰ ਨੂੰ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਿਨੇਹਾ। ਜੇ ਗੁਰੂ ਰੂਪੀ ਪਾਰਸ ਮਿਲ ਜਾਵੇ ਤੇ ਮਨੂਰ ਵੀ ਮਨੂਰ ਨਹੀਂ ਰਹਿ ਜਾਂਦਾ, ਉਹ ਕੰਚਨ ਸੋਨਾ ਬਣ ਜਾਂਦਾ। ਮਮ ਮਨੂਰ ਕੋ ਗੁਰ ਮਿਲ ਹੈ ਸੁਧ ਕਰਹਿ ਬਨਾਈ। ਮਨ ਵਿੱਚ ਸੋਚਦੇ ਹਨ ਕਿ ਮੈਂ ਤਾਂ ਮਨੂਰ ਬਣ ਗਿਆ ਹਾਂ, ਜੇ ਮੇਰੇ ਮਨੂਰ ਰੂਪੀ ਲੋਹੇ ਨੂੰ ਜੇ ਗੁਰੂ ਪਾਰਸ ਦੀ ਪ੍ਰਾਪਤੀ ਹੋ ਜਾਵੇ ਤੇ ਮੈਨੇ ਵੀ ਸੁਧਰ ਜਾਣਾ ਹੈ। ਮਨਹੁ ਸ਼ਬਦ ਮੁਝ ਪਰ ਕੀਓ ਅਸ ਦਸ਼ਾ ਸ਼ਰੀਰਾ। ਸਤਿਗੁਰੂ ਮਹਾਰਾਜ ਮਨ ਵਿੱਚ ਵਿਚਾਰਦੇ ਹਨ ਕਿ ਲੱਗਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੇਰੀ ਦੁਰਦਸ਼ਾ ਵੇਖ ਕਰਕੇ ਇਹ ਸ਼ਬਦ ਮੇਰੇ ਉੱਤੇ ਉਚਾਰਨ ਕਰਨਾ ਕੀਤਾ। ਸੱਚ ਹੈ ਪਿਆਰਿਓ, ਜਦੋਂ ਵੀ ਆਪਾਂ ਗੁਰਬਾਣੀ ਨੂੰ ਸਰਵਣ ਕਰਦੇ ਹਾਂ ਤੇ ਜਦੋਂ ਤਾੜਨਾ ਵਾਲੇ ਬਚਨ ਆਉਂਦੇ ਹਨ, ਬੇਨਤੀਆਂ ਵਾਲੇ ਬਚਨ ਆਉਂਦੇ, ਮਹਾਂਪੁਰਖ ਵਿਦਵਾਨ ਦੱਸਦੇ ਹਨ ਉਹ ਸ਼ਬਦ ਨੂੰ ਇੰਜ ਸਰਵਣ ਕਰਨਾ ਚਾਹੀਦਾ, ਇੰਜ ਉਹਦੇ ਅਰਥਾਂ ਨੂੰ ਸੁਣਨਾ ਚਾਹੀਦਾ ਕਿ ਸਤਿਗੁਰੂ ਮਹਾਰਾਜ ਇਹ ਮੇਰੇ ਪ੍ਰਥਾਈ ਉਚਾਰਨ ਕਰ ਰਹੇ ਹਨ। ਮਹਾਰਾਜ ਨੇ ਕਿਹਾ ਨਾ, ਮਹਾਂਪੁਰਖਾਂ ਦਾ ਬੋਲਿਆ ਹੋਵੇ ਕਿਸੇ ਪ੍ਰਥਾਏ। ਮਹਾਂਪੁਰਖਾਂ ਦਾ ਕਿਸੇ ਨਾ ਕਿਸੇ ਪ੍ਰਥਾਏ ਬੋਲਣਾ ਉਹਨਾਂ ਦਾ ਹੁੰਦਾ ਸਾਂਝੀ ਸਗਲ ਜਹਾਨ ਹੈ, ਭਾਵ ਕਿ ਮਹਾਂਪੁਰਖ ਕਿਸੇ ਇੱਕ ਦੇ ਉੱਤੇ ਬੋਲਦੇ ਹਨ, ਢੁਕਾ ਕਰਕੇ ਬੋਲਦੇ ਹਨ, ਲੇਕਿਨ ਉਹ ਸ਼ਬਦ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ। ਇਮ ਵਿਚਾਰ ਬੂਝਤ ਪਏ ਆਸ਼ੈ ਗੰਭੀਰਾ। ਇਸ ਤਰ੍ਹਾਂ ਜਿਨ੍ਹਾਂ ਦਾ ਆਸ਼ਾ ਬਹੁਤ ਗੰਭੀਰ ਹੈ, ਸਤਿਗੁਰੂ ਮਹਾਰਾਜ ਜੀ ਨੇ ਪੁੱਛਣਾ ਕੀਤਾ, ਸ਼ਬਦ ਕਰਿਓ ਕਿਸ ਕੋ ਅਹੈ ਕਿਤ ਤੇ ਤੁਮ ਪਾਵਾ। ਬੀਬੀ ਅਮਰੋ ਜੀ ਨੂੰ ਪੁੱਛਦੇ ਹਨ ਕਿ ਬੇਟਾ ਦੱਸਣਾ ਕਰੋ ਇਹ ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੋਇਆ। ਕਰਨਹਾਰ ਅਬ ਹੈ ਕਿ ਨਹੀਂ ਜਿਨ ਸ਼ੁਭ ਪਦ ਗਾਵਾ। ਆ ਸ਼ਬਦ ਜਿਨ੍ਹਾਂ ਨੇ ਕਰਨਾ ਕੀਤਾ, ਰਚਨਾ ਕੀਤਾ, ਉਹ ਹਾਲੇ ਸਰੀਰ ਕਰਕੇ ਮੌਜੂਦ ਹਨ ਕਿ ਨਹੀਂ ਹਨ। ਸੁਨਤ ਰੂਮ ਹਰਖਨ ਪਇਓ ਮਨ ਪ੍ਰੇਮ ਬੰਧਾਇਓ। ਕਹਿੰਦੇ ਕਿ ਸੁਣ ਕਰਕੇ ਸ਼ਬਦ ਮੈਂ ਗਦ ਹੋ ਗਿਆ ਹਾਂ, ਬਾਣੀ ਖਿੜ ਗਈ ਹੈ, ਰੋਮ ਝਰਨਟੇ ਖਿੜ ਗਏ ਹਨ।
ਪੁਲਕਾਵਲ ਹੋ ਗਈ ਹੈ, ਮੇਰਾ ਗਲਾ ਜਿਹੜਾ ਅਵਰੁੱਧ ਹੋ ਗਿਆ। ਮੇਰੇ ਹੇਤ ਉਧਾਰ ਬੇ ਇਹ ਰੁਚਿਰ ਬਨਾਇਓ। ਲੱਗਦਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੇਰੇ ਪ੍ਰਥਾਈ ਇਹ ਸ਼ਬਦ ਜਿਹੜਾ ਉਚਾਰਨ ਕਰਨਾ ਕੀਤਾ ਹੈ। ਸੁਨ ਬੀਬੀ ਅਮਰੋ ਕਹਿਓ ਸ਼੍ਰੀ ਨਾਨਕ ਪੂਰੇ। ਸੁਣ ਕਰਕੇ ਬੀਬੀ ਅਮਰੋ ਜੀ ਨੇ ਕਿਹਾ ਕਿ ਬਾਬਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪੂਰੇ ਸਤਿਗੁਰੂ ਹੋਏ ਹਨ, ਤਿਨਹੁ ਬਨਾਇਓ ਸ਼ਬਦ ਕੋ ਜਿਸ ਮਹਿਫਲ ਰੂਰੇ। ਇਹ ਸ਼ਬਦ ਜਿਹੜਾ ਹੈ ਉਹਨਾਂ ਨੇ ਰਚਨਾ ਕੀਤਾ। ਇਹ ਸ਼ਬਦ ਦੇ ਕਰਤਾ ਧਰਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਤੇ ਜਿਹਦੇ ਵਿੱਚ ਫਲ ਰੂਰੇ ਬਹੁਤ ਸੋਹਣੇ ਸੋਹਣੇ ਫਲ ਹਨ। ਅਪਰ ਬਹੁਤ ਬਾਣੀ ਬਣੀ ਤਿਨਕੇ ਮੁਖ ਦੁਆਰ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਪਿਆਰਿਓ ਤਕਰੀਬਨ 950 ਤੋਂ 1000 ਦੇ ਕਰੀਬ ਸ਼ਬਦ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਉਂਦੇ ਹਨ। ਜਿਸ ਕੇ ਪਠਬੇ ਪ੍ਰੇਮ ਤੇ ਭਉਜਲ ਨਿਸਤਾਰਾ। ਜਿਨ੍ਹਾਂ ਨੂੰ ਪ੍ਰੇਮ ਦੇ ਨਾਲ ਪੜਨ ਕਰਕੇ ਭਉਜਲ ਸੰਸਾਰ ਤੋਂ ਨਿਸਤਾਰਾ ਹੋ ਜਾਂਦਾ। ਸੁਨਹਿ ਪਠੈ ਮੇਰੂ ਪਿਤਾ ਮਨ ਪ੍ਰੇਮ ਵਿਸਾਲਾ। ਆ ਸ਼ਬਦ ਜਿਹੜਾ ਹੈ ਇਸ ਤਰ੍ਹਾਂ ਹੀ ਮੇਰੇ ਪਿਤਾ ਨੂੰ ਵੀ ਇੱਕ ਸ਼ਬਦ ਦੀ ਪ੍ਰਾਪਤੀ ਹੋਈ ਸੀ, ਜਿਹਦੇ ਬਾਬਤ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਸੀ। ਭਾਈ ਜੋਧ ਸ਼ਬਦ ਦਾ ਗਾਇਨ ਕਰਦੇ ਸਨ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਕਹਾਲ ਬੁਰੀ ਕਿਉਂ ਕਹਾਲੀਐ। ਇਸ ਤਰ੍ਹਾਂ ਹੀ ਮੇਰੇ ਪਿਤਾ ਜੀ ਨੇ ਵੀ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਸਰਵਣ ਕਰਨਾ ਕੀਤਾ, ਪੜਨਾ ਕੀਤਾ ਪ੍ਰੇਮ ਦੇ ਨਾਲ। ਗਾਏ ਰਬਾਬੇ ਤਿਨਹੁ ਢੇਗ ਥਿਤ ਦੋਨਹੁ ਕਾਲਾ। ਹੁਣ ਤਾਂ ਮੇਰੇ ਪਿਤਾ ਸਤਿਗੁਰੂ ਗੁਰੂ ਬਣ ਗਏ ਤੇ ਉਹਨਾਂ ਦੇ ਕੋਲ ਰਬਾਬੀ ਆ ਕਰਕੇ ਦੋਵੇਂ ਟਾਈਮ ਅੰਮ੍ਰਿਤ ਵੇਲੇ ਤੇ ਸ਼ਾਮਾਂ ਦੇ ਵੇਲੇ ਆ ਕਰਕੇ ਇਹੋ ਜਿਹੇ ਪਾਵਨ ਸ਼ਬਦਾਂ ਦਾ ਉਹ ਰਾਗਾਂ ਦੇ ਵਿੱਚ ਗਾਇਨ ਕਰਦੇ ਹਨ। ਸ੍ਰੀ ਸਤਿਗੁਰ ਨਾਨਕ ਅਬੈ ਬੈਕੁੰਠ ਪਧਾਰੇ। ਨਾਲ ਬਚਨ ਕੀਤਾ ਬੀਬੀ ਜੀ ਬੋਲਦੇ ਹਨ ਕਿ ਬਾਬਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਬੈਕੁੰਠ ਗਮਨ ਕਰ ਗਏ। ਨਿਜ ਸਥਾਨ ਨਿਜ ਜੋਤ ਦੈ ਮਮ ਪਿਤਾ ਬਿਠਾਰੇ। ਆਪਣਾ ਨਿਜ ਅਸਥਾਨ ਗੁਰਤਾ ਗਾਦੀ ਤੇ ਫਿਰ ਆਪਣੀ ਜੋਤ ਜਿਹੜੀ ਹੈ ਮੇਰੇ ਪਿਤਾ ਜੀ ਦੇ ਅੰਦਰ ਧਰ ਦਿੱਤੀ ਹੈ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ। ਤਤ ਸਿਉ ਤਤ ਮਿਲਾਇਓ। ਆਪਣੇ ਤਤ ਦੇ ਨਾਲ ਤਤ ਮਿਲਾ ਦਿੱਤਾ, ਉਹਨਾਂ ਨੂੰ ਆਪਣੀ ਜੋਤ ਦੇ ਦਿੱਤੀ ਹੈ। ਤੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਨੂੰ ਪਲਟ ਕਰਕੇ ਤੇ ਗੁਰਤਾ ਗੱਦੀ ਰਾਜ ਜੋਗ ਦਾ ਤਖਤ ਜਿਹੜਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਦਿੱਤਾ। ਤਿਨਹੁ ਨਿਕਟ ਤੇ ਕੰਠ ਕਰ ਬਹੁ ਸੁਨਤ ਰਹੰਤੀ। ਮੈਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਕਿਉਂਕਿ ਪਿਤਾ ਘਰ ਦੇ ਵਿੱਚ ਪਿਆਰਿਓ ਗੁਰਬਾਣੀ ਦਾ ਜਦੋਂ ਪ੍ਰਵਾਹ ਚੱਲਦਾ ਤੇ ਫਿਰ ਬੱਚਿਆਂ ਨੂੰ ਗੁਰਬਾਣੀ ਪਿਆਰਿਓ ਯਾਦ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ। ਜਦੋਂ ਬੱਚੇ ਜਿਹੜੇ ਹਨ ਉੱਠਦੇ ਬਹਿੰਦੇ ਗੁਰਬਾਣੀ ਨੂੰ ਸਰਵਣ ਕਰਦੇ ਤੇ ਉਹ ਸ਼ਬਦ ਉਹ ਖੁਦ ਬਾ ਖੁਦ ਯਾਦ ਹੋ ਜਾਂਦੇ ਹਨ। ਕਈ ਵਾਰੀ ਘਰਾਂ ਦੇ ਵਿੱਚ ਲੱਚਰ ਗੀਤ ਲਾਈ ਰੱਖੋ ਤੇ ਬੱਚਿਆਂ ਨੇ ਫਿਰ ਪਿਆਰਿਓ ਗੁਰਬਾਣੀ ਦਾ ਸ਼ਬਦ ਥੋੜੀ ਗਾਉਣਾ ਹੈ। ਬੱਚਿਆਂ ਨੇ ਵੀ ਉਹੀ ਗੀਤ ਗਾਉਣਾ ਹੈ, ਉਹਨੂੰ ਹੀ ਗੁਣਗੁਣਾਉਣਾ। ਲੇਕਿਨ ਜਿਨ੍ਹਾਂ ਘਰਾਂ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਫਿਰ ਬੱਚੇ ਵੀ ਪਿਆਰਿਓ ਫਿਰ ਆਉਂਦੇ ਜਾਂਦੇ ਸੁਣ ਸੁਣ ਕਰਕੇ ਸ਼ਬਦ ਉਹਨਾਂ ਨੂੰ ਕੰਠ ਹੋ ਜਾਂਦੇ ਹਨ। ਬੀਬੀ ਅਮਰੋ ਜੀ ਨੇ ਬਚਨ ਕਰਨਾ ਕੀਤਾ ਕਿ ਨਿਤ ਗੁਰਬਾਣੀ ਦਾ ਪ੍ਰਵਾਹ ਚੱਲਦਾ ਸਾਡੇ ਘਰ ਗੁਰੂ ਘਰ ਦੇ ਵਿੱਚ। ਸੁਣ ਸੁਣ ਕਰਕੇ ਬਹੁਤ ਸਾਰੇ ਸ਼ਬਦਾਂ ਨੂੰ ਮੈਨੇ ਕੰਠ ਕਰਨਾ ਕੀਤਾ। ਸਤਿਗੁਰ ਗਿਰਾ ਪ੍ਰਚਾਰ ਤਹਿ ਗਨ ਕਿਲ ਵਿਖ ਹੰਤੀ। ਸਤਿਗੁਰੂ ਮਹਾਰਾਜ ਜੀ ਦੀ ਜੋ ਗਿਰਾ ਹੈ ਉਹਦਾ ਪ੍ਰਚਾਰ ਕਰਨ ਦੇ ਨਾਲ ਬਹੁਤ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ। ਸੇਵਤ ਸਿੱਖ ਅਨੇਕ ਹੈ ਜਿਨਕੇ ਵੱਡ ਭਾਗਾ। ਇਸ ਤਰ੍ਹਾਂ ਇੱਕ ਦੋ ਨਹੀਂ ਅਨੇਕਾਨ ਅਨੇਕ ਸਿੱਖ ਸੇਵਕ ਆ ਕਰਕੇ ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰਦੇ ਹਨ। ਉਹਨਾਂ ਦੇ ਕੋਲ ਰਹਿ ਕਰਕੇ ਗੁਰਬਾਣੀ ਦਾ ਅਭਿਆਸ ਕਰਦੇ। ਸਰਬ ਵਿਕਾਰਨ ਤਿਆਗ ਕੈ ਮਨ ਸਿਮਰਨ ਜਾਗਾ। ਸਾਰੇ ਵਿਕਾਰਾਂ ਦਾ ਤਿਆਗ ਕਰਕੇ ਜਿਹੜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਹਨ ਉਹਨਾਂ ਦੇ ਮਨ ਦੇ ਵਿੱਚ ਰੱਬ ਦਾ ਸਿਮਰਨ ਕਰਨਾ ਹੈ, ਸ਼ਬਦ ਬਾਣੀ ਦਾ ਅਭਿਆਸ ਕਰਨਾ। ਇਹ ਭਾਵ ਉਹਨਾਂ ਦੇ ਅੰਦਰ ਜਾਗਰਤ ਹੁੰਦਾ ਹੈ। ਇਸ ਤਰ੍ਹਾਂ ਸਾਡੇ ਸਤਿਕਾਰਯੋਗ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹਨ। ਮੈਨੇ
ਮੈਨੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤੇ ਉਹਨਾਂ ਦੇ ਸ਼ਬਦ ਉਹਨਾਂ ਤੋਂ ਪ੍ਰਾਪਤ ਕਰਨੇ ਕੀਤੇ ਜਿਹਨੂੰ ਆਪ ਜੀ ਨੇ ਸਰਵਣ ਕੀਤਾ। ਹੁਣ ਬੀਬੀ ਅਮਰੋ ਜੀ ਦਾ ਇਹ ਪਾਵਨ ਬਚਨ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਜਿਗਿਆਸਾ ਕਿਸ ਤਰ੍ਹਾਂ ਜਾਗਦੀ ਹੈ। ਪ੍ਰਭ ਮਿਲਵੇ ਕੀ ਪਿਆਸ, ਪ੍ਰਭੂ ਮਿਲਣ ਦੀ ਪਿਆਸ ਕਿਸ ਤਰ੍ਹਾਂ ਜਾਗਰਤ ਹੁੰਦੀ। ਬੀਬੀ ਅਮਰੋ ਜੀ ਨੂੰ ਕਿਸ ਤਰ੍ਹਾਂ ਬੇਨਤੀ ਕਰਦੇ ਹਨ। ਉਹ ਪਾਵਨ ਪ੍ਰਸੰਗ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉਦਾ ਸੁਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋ ਹੀ ਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ
ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ। ਡੰਡਾਤ ਬੰਦਨ ਅਨਕ ਸਰਬ ਕਲਾ ਨਾਨਕ ਦੇ ਘਰ ਹਾਰ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਤਨ ਤਨ ਗੁਰੂ ਨਾਨਕ ਜਨ ਕੇਰਾ
ਆਨੰਦ ਗੁਣੇ ਨਿਦਾਨ ਗੁਰੂ ਗਰੀਬਨ ਨਵਾਜ ਗਰੀਬਨ ਨਵਾਜ ਗਰੀਬਨ ਨਵਾਜ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ आठ पहर प्रभ जानो ने ऐसी प्रीत करो मन मेरे ऐसी प्रीत करो मन मेरे आठ पैर प्रभ जानो नेरे आठ पैर प्रभ जानो नेरे ऐसी प्रीत करो मन मेरे ऐसी प्रीत करो मन मेरे मन में सिंचो हर हर नाम मन में सोचो मन में सोचो मन में मन में सोचो हर हर नाम जो हर हर नाम अनदिन कीर्तन हर गुण का अनदिन कीर्तन हर गुण गान ऐसी प्रीत करो मन में ऐसी प्रीत करो मन मेरे आठ पहर प्रभ जानो नेरे
करो मन मेरे। ऐसी प्रीत करो मन में। कहो नानक जाके निर्मल बाग, कहा नानक नानक जाके निर्मल भाग। कहो नानक जाके जाके जाके। कहो नानक जाके निर्मल बाग, कहो नानक जाके निर्मल भाग। कहूँ नानक नानक कहो नानक जाके जाके निर्मल बाग, निर्मल निर्मल बाग। कहो नानक नानक, कहो नानक जाके निर्मल बाग। कहो नानक जाके